हेलो एवरीवन सत श्री अकाल साਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 8ਵੀਂ ਕਲਾਸ ਦੀ ਗਣਿਤ ਮੈਥਸ ਦੀ ਕਿਤਾਬ ਤੇ ਉਹਦਾ 5ਵਾਂ ਚੈਪਟਰ ਸਕੁਆਇਰਸ ਐਂਡ ਸਕੁਆਇਰ ਰੂਟਸ। ਅੱਜ ਆਪਾਂ ਡਿਸਕਸ ਕਰਾਂਗੇ ਐਕਸਰਸਾਈਜ਼ 5.1। ਜੇ ਤੁਸੀਂ ਐਕਸਰਸਾਈਜ਼ ਤੇ ਸਿੱਧਾ ਪਹੁੰਚਣਾ ਹੈ ਤਾਂ ਵੀਡੀਓ ਨੂੰ ਅੱਗੇ ਲੈ ਕੇ ਜਾ ਸਕਦੇ ਹੋ, ਪਰ ਐਕਸਰਸਾਈਜ਼ ਦੇ ਵਿੱਚ ਸਾਨੂੰ ਕਿਹੜੀਆਂ ਗੱਲਾਂ ਪਤਾ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਪੇਪਰ ਵਿੱਚ ਪੁੱਛੀਆਂ ਜਾ ਸਕਦੀਆਂ ਨੇ ਉਹ ਪਹਿਲਾਂ ਆਪਾਂ ਡਿਸਕਸ ਕਰਾਂਗੇ। ਹੁਣ ਜਿਵੇਂ ਆਪਾਂ ਜਿਓਮੈਟਰੀ ਕਰਦੇ ਸੀ ਤੇ ਉਹਦੇ ਵਿੱਚ ਏਰੀਆ ਦਾ ਫਾਰਮੂਲਾ ਕੀ ਸੀ? ਸਕੁਆਇਰ ਦੇ ਸਾਈਡ ਮਲਟੀਪਲਾਈਡ ਬਾਈ ਸਾਈਡ। ਜੇ ਤੁਸੀਂ ਇਹ ਨੰਬਰ ਦੇਖ ਰਹੇ ਹੋ 1 4 9 16 25 36 49, ਇਹਨਾਂ ਵਿੱਚ ਖਾਸ ਕੀ ਹੈ? 1 ਕਿਹਦਾ ਸਕੁਆਇਰ ਹੈ? 1 ਮਲਟੀਪਲਾਈਡ ਬਾਈ 1। 4 ਕਿਹਦਾ ਸਕੁਆਇਰ ਹੈ? ਕਿਹਨੂੰ 2 ਗੁਣਾ ਕਰੀਏ ਕਿ 4 ਆ ਜਾਏਗਾ? 2 ਦਾ। 3 ਮਲਟੀਪਲਾਈਡ ਬਾਈ 3 9 ਹੁੰਦਾ। 16 ਕਿਹਦਾ ਸਕੁਆਇਰ ਹੈ? 4 ਦਾ। ਉਵੇਂ 25 5 ਦਾ, 36 6 ਦਾ। ਇਦਾਂ ਕਰਦੇ ਕਰਦੇ ਜਾਵਾਂਗੇ ਤਾਂ ਆਪਾਂ ਲਿਖ ਸਕਦੇ ਹਾਂ ਵੀ ਦੋ ਨੰਬਰ ਜਾਂ ਇੱਕੇ ਨੰਬਰ ਨੂੰ ਦੋ ਵਾਰ ਮਲਟੀਪਲਾਈ ਕਰੀਏ ਤਾਂ ਇਹ ਨੰਬਰ ਆ ਜਾਂਦੇ ਨੇ। ਠੀਕ ਹੈ, ਤੇ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਸਕੁਆਇਰਸ ਨਿਕਲਦੇ ਨੇ, ਮਤਲਬ ਇੱਕ ਨੰਬਰ ਨੂੰ ਦੋ ਵਾਰ ਮਲਟੀਪਲਾਈ ਕਰੀਏ ਤਾਂ ਇਹ ਨੰਬਰ ਆਉਂਦਾ, ਇਸੇ ਕਰਕੇ ਇਹਨਾਂ ਨੂੰ ਪਰਫੈਕਟ ਸਕੁਆਇਰ ਕਿਹਾ ਜਾਂਦਾ। ਪਰ ਤੁਸੀਂ ਦੇਖ ਰਹੇ ਹੋ ਵੀ ਦੋ ਜਿਹੜਾ ਪਰਫੈਕਟ ਸਕੁਆਇਰ ਨਹੀਂ ਹੈ ਇੱਥੇ। 5 ਪਰਫੈਕਟ ਸਕੁਆਇਰ ਨਹੀਂ, ਯਾਨੀ ਕਿਹੜੇ ਦੋ ਨੰਬਰਾਂ ਨੂੰ ਮਲਟੀਪਲਾਈ ਕਰੀਏ ਕਿ 5 ਆ ਜਾਏ? ਮਤਲਬ ਇੱਕੋ ਨੰਬਰ ਹੋਣਾ ਚਾਹੀਦਾ ਨਾ, ਉਹ 5 ਨਹੀਂ ਦੇ ਸਕਦਾ। ਹੁਣ ਇੱਥੇ ਇੱਕ ਜਨਰਲ ਰੂਲ ਇਹ ਹੈਗਾ ਵੀ ਕੋਈ ਨੈਚੁਰਲ ਨੰਬਰ ਹੈ ਕੋਈ ਵੀ, ਮੰਨ ਲਓ m, ਤਾਂ ਉਹਨੂੰ ਆਪਾਂ ਲਿਖ ਸਕਦੇ ਆ m ਕਿਹਦੇ ਬਰਾਬਰ ਹੁੰਦਾ ਹੈ? ਕਿਸੇ n ਦੇ ਸਕੁਆਇਰ ਦੇ, ਕਿਸੇ ਨੰਬਰ ਦੇ ਸਕੁਆਇਰ ਦੇ ਬਰਾਬਰ ਹੁੰਦਾ ਹੈ, ਤਾਂ ਉਹਨੂੰ ਆਪਾਂ ਪਰਫੈਕਟ ਸਕੁਆਇਰ ਜਾਂ ਸਕੁਆਇਰ ਨੰਬਰ ਕਿਹਾ ਜਾਂਦਾ। ਠੀਕ ਹੈ, ਜੇ ਇਹ ਇਕੁਏਸ਼ਨ ਮੰਨੀ ਜਾਂਦੀ ਹੈ ਤਾਂ ਫਿਰ ਸਕੁਆਇਰ ਹੁੰਦਾ। ਜਿਵੇਂ ਐਗਜ਼ਾਮਪਲ ਦਵਾਂ, 49 ਕੀ ਇੱਕ ਪਰਫੈਕਟ ਸਕੁਆਇਰ ਹੈਗਾ? ਬਿਲਕੁਲ ਹੈਗਾ। ਕਿਉਂ? 49 ਇੱਕੋ ਨੰਬਰ ਨੂੰ ਦੋ ਵਾਰ ਗੁਣਾ ਕਰਕੇ ਆਉਂਦਾ, 7 ਮਲਟੀਪਲਾਈਡ ਬਾਈ 7, ਹੈ ਨਾ। ਇਸੇ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਹਾਂਜੀ ਇਹ ਇੱਕ ਸਕੁਆਇਰ ਨੰਬਰ ਹੈਗਾ ਜਾਂ ਫਿਰ ਪਰਫੈਕਟ ਸਕੁਆਇਰ ਹੈਗਾ। ਇੰਪੋਰਟੈਂਟ ਪਹਿਲਾ ਰੂਲ। ਉਵੇਂ ਹੀ 27 ਇੱਕ ਪਰਫੈਕਟ ਸਕੁਆਇਰ ਨੰਬਰ ਹੈਗਾ। ਦੇਖੋ ਕਿਹੜੇ ਦੋ ਨੰਬਰ, ਕਿਹੜੇ ਨੰਬਰ ਨੂੰ ਦੋ ਵਾਰ ਮਲਟੀਪਲਾਈ ਕਰੀਏ ਕਿ 27 ਆ ਰਿਹਾ? 3 ਮਲਟੀਪਲਾਈਡ ਬਾਈ 3 ਵੀ ਨਹੀਂ ਹੁੰਦਾ, ਉਹ 9 ਹੁੰਦਾ। 4 ਮਲਟੀਪਲਾਈਡ ਬਾਈ 4 16 ਹੁੰਦਾ। ਇਹ ਤੋਂ ਅਗਲਾ 5 ਮਲਟੀਪਲਾਈਡ ਬਾਈ 5 25, 6 ਮਲਟੀਪਲਾਈਡ ਬਾਈ 6 36। ਇਹਦੇ ਵਿਚਕਾਰ ਆਉਣਾ ਚਾਹੀਦਾ ਕਿਤੇ 27। ਉਹ ਆਂਦਾ 3 ਮਲਟੀਪਲਾਈਡ ਬਾਈ 9 ਜਾਂ 1 ਮਲਟੀਪਲਾਈਡ ਬਾਈ 27, ਯਾਨੀ ਇੱਕੋ ਨੰਬਰ ਨੂੰ ਦੋ ਵਾਰ ਮਲਟੀਪਲਾਈ ਕਰਕੇ 27 ਹੀ ਆਂਦਾ। ਇਸੇ ਕਰਕੇ ਆਪਾਂ ਲਿਖਾਂਗੇ ਕਿ ਨਹੀਂ, ਇਹ ਇੱਕ ਪਰਫੈਕਟ ਸਕੁਆਇਰ ਨਹੀਂ ਹੈਗਾ। ਉਵੇਂ ਹੀ ਇੱਥੇ ਜਿਵੇਂ ਨੰਬਰ ਦਿੱਤੇ ਹੋਏ ਨੇ 8 ਹੋ ਗਿਆ, 10 ਹੋ ਗਿਆ, 13, 58, 176, ਇਹ ਪਰਫੈਕਟ ਸਕੁਆਇਰ ਨਹੀਂ ਹੈਗੇ ਨੇ ਕਿਉਂਕਿ ਕਿਸੇ ਇੱਕ ਨੰਬਰ ਨੂੰ ਦੋ ਵਾਰ ਮਲਟੀਪਲਾਈ ਕਰਕੇ ਇਹ ਨੰਬਰ ਨਹੀਂ ਆਉਂਦਾ। ਹੁਣ ਆਪਾਂ ਯਾਦ ਕਰਾਂਗੇ, ਦੇਖੋ ਇਹ ਟੇਬਲ ਹੈਗਾ, ਪਹਿਲੇ 3 ਨੈਚੁਰਲ ਨੰਬਰਸ ਦੇ ਸਕੁਆਇਰਸ ਦਿੱਤੇ ਹੋਏ ਨੇ। ਜਿਵੇਂ 1 ਦਾ ਸਕੁਆਇਰ ਕੀ ਹੈ? 1। 2 ਦਾ ਸਕੁਆਇਰ 4, 3 ਦਾ, ਐਵੇਂ ਕਰਕੇ 10 ਦਾ ਸਕੁਆਇਰ ਵੀ ਦਿੱਤਾ ਹੋਇਆ, ਫਿਰ 11 12, ਏਦਾਂ ਕਰਕੇ 30 ਤੱਕ ਸਕੁਆਇਰ ਦਿੱਤੇ ਹੋਏ ਨੇ। ਇਹ ਟੇਬਲ ਤੁਸੀਂ ਲਰਨ ਕਰ ਲਿਓ, ਯਾਦ ਕਰ ਲਿਓ ਤਾਂ ਬਹੁਤ ਈਜ਼ੀ ਹੋ ਜਾਊਗਾ ਮੈਥਸ ਤੁਹਾਡੇ ਲਈ। ਠੀਕ ਹੈ, ਹੁਣ ਇੱਥੇ ਜੇ ਤੁਸੀਂ ਧਿਆਨ ਨਾਲ ਦੇਖੋ ਜਿਹੜੇ ਸਕੁਆਇਰਸ ਹੈਗੇ ਨੇ ਉਹਨਾਂ ਪਿੱਛੇ ਵਨਸ ਵਾਲੀ ਸਾਈਡ ਤੇ ਕਿਹੜੇ ਕਿਹੜੇ ਨੰਬਰ ਆ ਰਹੇ ਨੇ? ਜਾਂ ਤਾਂ 1 ਆ ਰਿਹਾ ਇੱਥੇ, ਜਾਂ ਫਿਰ 4 ਆ ਰਿਹਾ, 9 ਆ ਰਿਹਾ ਹੈ ਕਿ ਨਹੀਂ, 6 ਆ ਰਿਹਾ ਤੇ 5 ਆ ਰਿਹਾ, ਫਿਰ 6 ਫਿਰ 9 ਫਿਰ 4 ਆਪਾਂ ਮਾਰਕ ਕਰ ਲਿਆ, ਫਿਰ 1, ਇਹੀ ਆ ਰਹੇ ਨੇ। ਤੇ ਆਪਾਂ ਇੱਥੇ ਇਹ ਸਮਝਣਾ ਹੈਗਾ the square numbers यानी perfect squares ਜਿਹੜੇ ਹੁੰਦੇ ਨੇ ਉਹਨਾਂ ਦੇ ਪਿੱਛੇ ਇਹ ਆ ਜਾਂਦਾ ਹੈ, ਜਾਂ ਤਾਂ ਉਹਨਾਂ ਦੇ ਪਿੱਛੇ 0 ਆਂਦਾ। ਠੀਕ ਹੈ, ਇਹ ਇੱਕ ਹੋਰ ਚੀਜ਼ ਹੈ, ਦੇਖੋ ਇੱਥੇ 0 ਹੈਗਾ, ਜਾਂ ਤਾਂ ਉਹਨਾਂ ਪਿੱਛੇ ਯਾਨੀ ਅਖੀਰ ਦੇ ਵੀ 0 ਆਂਦਾ ਹੈ, 1 ਆਂਦਾ ਹੈ, 4 ਆਂਦਾ ਹੈ, 5 ਆਂਦਾ ਹੈ, 6 ਜਾਂ 9। ਆ ਤੁਸੀਂ ਦੇਖ ਸਕਦੇ ਹੋ 1 4 9 6 5 ਇਹੀ ਨੰਬਰ ਆਉਂਦੇ ਨੇ। ਠੀਕ ਹੈ, ਜੇ ਇਹ ਨੰਬਰ 1s ਦੀ ਥਾਂ ਤੇ ਹੈਗੇ ਨੇ ਤੁਸੀਂ ਕਹਿ ਸਕਦੇ ਹੋ ਵੀ ਹੋ ਸਕਦਾ ਹੈ, ਪੱਕਾ ਨਹੀਂ ਹੈ ਪਰ ਹਾਂ ਹੋ ਸਕਦਾ ਹੈ ਵੀ ਇਹ ਪਰਫੈਕਟ ਸਕੁਆਇਰ ਹੋਏ। ਠੀਕ ਹੈ, ਪਰ ਜੇਕਰ ਆਪਾਂ ਕਹੀਏ ਵੀ ਜਿਨ੍ਹਾਂ ਪਿੱਛੇ ਜਿਹੜੇ ਨੰਬਰ ਇਹ ਬਚ ਜਾਂਦੇ ਨੇ 2 3 7 8, ਜੇ ਇਹ 1s ਦੀ ਥਾਂ ਤੇ ਆ ਰਹੇ ਨੇ ਤਾਂ ਉਹ ਹੋ ਸਕਦਾ ਵੀ ਉਹ ਪਰਫੈਕਟ ਸਕੁਆਇਰ ਨਾ ਹੋਏ। ਇੰਨੀ ਗੱਲ ਸਮਝ ਆ ਗਈ?
ਤਾਂ ਕੀ ਇਹਦਾ ਮਤਲਬ ਹੈ ਵੀ ਜਿਹੜੇ ਜਿਹੜੇ ਨੰਬਰ ਦੇ ਪਿੱਛੇ ਇਹ ਵਾਲੇ ਨੰਬਰ ਆ ਰਹੇ ਨੇ 0 1 4 5 6 9 ਵੀ ਉਹ ਹਮੇਸ਼ਾ ਹੀ ਪਰਫੈਕਟ ਸਕੁਆਇਰ ਹੋਣਗੇ? ਨਹੀਂ, ਇਹ ਹਮੇਸ਼ਾ ਸਹੀ ਨਹੀਂ ਹੈ, ਪਰ ਅਕਸਰ ਇਹ ਗੱਲ ਹੁੰਦੀ ਹੈ ਵੀ ਵਨਸ ਦੀ ਥਾਂ ਤੇ ਜੇ ਇਹ ਡਿਜਿਟਸ ਹੈਗੇ ਨੇ ਤਾਂ ਪਰਫੈਕਟ ਸਕੁਆਇਰ ਹੋ ਜਾਂਦਾ ਹੈ। ਜਿਵੇਂ ਮੈਂ ਐਗਜ਼ਾਮਪਲ ਦਵਾਂ, ਤੁਹਾਨੂੰ 10 ਜਾਂ 20 ਦਾ ਇਹਦੇ ਪਿੱਛੇ ਕੀ ਆ ਰਿਹਾ 0, ਪਰ 10 ਪਰਫੈਕਟ ਸਕੁਆਇਰ ਨਹੀਂ ਹੈ ਨਾ। 10 ਕਿਵੇਂ ਬਣਦਾ ਹੈ? 2 ਮਲਟੀਪਲਾਈਡ ਬਾय 5 ਜਾਂ 10 ਮਲਟੀਪਲਾਈਡ ਬਾय 1। ਕਿਸੇ ਇੱਕ ਨੰਬਰ ਨੂੰ ਦੋ ਵਾਰ ਗੁਣਾ ਕਰਕੇ ਤਾਂ 10 ਨਹੀਂ ਨਾ ਬਣਦਾ, ਉਵੇਂ ਹੀ 20, ਠੀਕ ਹੈ, ਹਮੇਸ਼ਾ ਟਰੂ ਨਹੀਂ ਹੁੰਦਾ ਪਰ ਅਕਸਰ ਟਰੂ ਹੁੰਦਾ। ਉਵੇਂ ਹੀ ਜੇ ਮੈਂ ਕਹਾ 1 ਜਿਹਦੇ ਪਿੱਛੇ ਆ ਰਿਹਾ ਹੈਗਾ 11 21 31, ਇਹਨਾਂ ਪਿੱਛੇ ਬੇਸ਼ੱਕ 1 ਆ ਰਿਹਾ ਹੈ ਪਰ ਇਹ ਵੀ ਪਰਫੈਕਟ ਸਕੁਆਇਰ ਨਹੀਂ ਹੈ। ਉਵੇਂ ਹੀ ਜਿਨ੍ਹਾਂ ਪਿੱਛੇ 4 ਆ ਰਿਹਾ ਜਿਵੇਂ 14, 5 ਆ ਰਿਹਾ ਜਿਵੇਂ 15, ਫਿਰ 4 ਆ ਰਿਹਾ ਜਿਨ੍ਹਾਂ ਪਿੱਛੇ ਜਿਵੇਂ 24 26 29, ਇਹਨਾਂ ਪਿੱਛੇ ਆਹੀ ਨੰਬਰ ਆ ਰਹੇ ਨੇ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਵੀ ਜੇ ਵਨਸ ਦੀ ਥਾਂ ਤੇ ਹੋਣ ਤਾਂ ਪਰਫੈਕਟ ਸਕੁਆਇਰ ਹੋ ਸਕਦਾ, ਪਰ ਜ਼ਰੂਰੀ ਨਹੀਂ ਹੈ ਵੀ ਹਮੇਸ਼ਾ ਹੀ ਉਹ ਨੰਬਰ ਜਿਹੜਾ ਪਰਫੈਕਟ ਸਕੁਆਇਰ ਹੋਏਗਾ। ਠੀਕ ਹੈ, ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਇਹ ਗੱਲ ਯਾਦ ਰੱਖਿਓ। ਹੁਣ ਜਿਹੜੇ ਨੰਬਰ ਬਚ ਜਾਂਦੇ ਨੇ, ਜਿਹੜੇ ਮੈਂ ਇੱਥੇ ਨਹੀਂ ਲਿਖੇ ਉੱਤੇ, 0 ਇੱਥੇ 0 1 ਆ ਗਿਆ, ਕਿਹੜੇ ਕਿਹੜੇ ਰਹਿ ਗਏ? 2 ਰਹਿ ਗਿਆ, 3 ਰਹਿ ਗਿਆ, 4 ਆ ਗਿਆ, 5 ਆ ਗਿਆ, 6 ਆ ਗਿਆ, 7 8। ਇਹ ਜਿਹੜੇ ਨੰਬਰ ਬਚ ਜਾਂਦੇ ਨੇ, ਜੇ ਇਹ ਨੰਬਰ ਲਾਸਟ ਦੇ ਵਿੱਚ ਹੈਗੇ ਨੇ ਜਾਂ ਵਨਸ ਦੀ ਥਾਂ ਤੇ ਹੈਗੇ ਨੇ ਤਾਂ ਉਹ ਤਾਂ ਤੁਸੀਂ ਕਹਿ ਦਿਓ ਭੁੱਲ ਹੀ ਜਾਓ ਵੀ ਉਹ ਪਰਫੈਕਟ ਸਕੁਆਇਰ ਹੋਣਗੇ। ਇੰਨੀ ਗੱਲ ਯਾਦ ਰੱਖਿਓ ਵੀ ਉਹ ਭੁੱਲ ਹੀ ਜਾਓ ਵੀ ਉਹ ਪਰਫੈਕਟ ਸਕੁਆਇਰ ਹੋਣਗੇ। ਜਿਵੇਂ ਇੱਥੇ ਐਗਜ਼ਾਮਪਲ ਪੁੱਛਿਆ ਗਿਆ, ਰਾਈਟ 5 ਨੰਬਰਸ ਔਨ ਵਿਚ you can decide by looking at their ones digit that they are not square numbers। ਵੀ 5 ਅਜਿਹੇ ਤੁਸੀਂ ਨੰਬਰ ਲਿਖਨੇ ਨੇ ਜਿਹੜੇ ਦੇਖ ਕੇ ਤੁਸੀਂ ਦੱਸ ਸਕੋ ਵੀ ਇਹ ਤਾਂ ਪਰਫੈਕਟ ਸਕੁਆਇਰ ਹੈ ਹੀ ਨਹੀਂ, ਯਾਨੀ ਕਿ ਉਹਨਾਂ ਨੰਬਰਸ ਪਿੱਛੇ ਕੀ ਆਣਾ ਚਾਹੀਦਾ, ਜਾਂ ਤਾਂ 2 ਜਾਂ 3 ਜਾਂ 7 ਜਾਂ 8, ਉਹ ਮੈਂ ਇੱਥੇ ਲਿਖਦੇ। ਸਮਝ ਆ ਗਿਆ? ਈਜ਼ੀ ਹੋ ਗਿਆ। ਇਹ ਨੰਬਰ ਯਾਦ ਰੱਖਿਓ, ਜੇ ਐਂਡ ਵਿੱਚ ਆ ਰਹੇ ਨੇ ਤਾਂ ਪੱਕੀ ਗੱਲ ਹੈ ਦੇਖ ਕੇ ਤੁਸੀਂ ਦੱਸ ਸਕਦੇ ਹੋ ਵੀ ਪਰਫੈਕਟ ਸਕੁਆਇਰ ਨਹੀਂ ਹੈਗਾ। ਠੀਕ ਹੈ, ਉਵੇਂ ਹੀ ਇੱਥੇ ਕਿਹਾ ਰਾਈਟ 5 ਨੰਬਰਸ ਔਨ ਵਿਚ ਯੂ ਕੈਨ ਨਾਟ ਡਿਸਾਈਡ, ਤੁਸੀਂ ਡਿਸਾਈਡ ਨਹੀਂ ਕਰ ਸਕਦੇ ਵੀ ਉਹ ਪਰਫੈਕਟ ਸਕੁਆਇਰ ਹੈਗੇ ਜਾਂ ਨਹੀਂ। ਜੇ ਡਿਸਾਈਡ ਨਹੀਂ ਕਰ ਸਕਦੇ ਤਾਂ ਫਿਰ ਉਹਨਾਂ ਦੇ ਐਂਡ ਵਿੱਚ ਕਿਹੜੇ ਆਣੇ ਚਾਹੀਦੇ? 0 1 4 5 6 ਜਾਂ 9। ਦੇਖ ਕੇ ਨਹੀਂ ਦੱਸ ਸਕਦੇ, ਪਰ ਹਾਂ ਜੇ ਪਿੱਛੇ ਆ ਰਹੇ ਨੇ ਤਾਂ ਹੋ ਸਕਦਾ ਵੀ ਉਹ ਪਰਫੈਕਟ ਸਕੁਆਇਰ ਹੋਏ। ਠੀਕ ਹੈ, ਦੂਜੀ ਪ੍ਰੋਪਰਟੀ ਹੁਣ ਆਪਾਂ ਪਤਾ ਲੱਗ ਗਿਆ ਵੀ ਕਿਹਦੇ ਵਿੱਚ ਡਿਵਾਈਡ ਕਰਕੇ ਦੇਖਣਾ ਹੈ ਵੀ ਪਰਫੈਕਟ ਸਕੁਆਇਰ ਹੈ ਤੇ ਕਿਹੜੇ ਕਿਹੜੇ ਨੰਬਰਸ ਦੇ ਵਿੱਚ ਜਿਹੜੇ ਪਿੱਛੇ ਆਉਂਦੇ ਨੇ ਉਹ ਨਹੀਂ ਹੋ ਸਕਦਾ। ਦੂਜੀ ਗੱਲ, ਨੰਬਰ ਆਫ ਜ਼ੀਰੋਜ਼ ਦੇਖ ਕੇ ਵੀ ਤੁਸੀਂ ਦੱਸ ਸਕਦੇ ਹੋ ਵੀ ਪਰਫੈਕਟ ਸਕੁਆਇਰ ਹੈ ਜਾਂ ਨਹੀਂ। ਜੇ ਈਵਨ ਨੰਬਰ ਆਫ 0 ਆ ਰਹੇ ਨੇ, ਯਾਨੀ 2 0 ਆ ਗਏ, 4 ਆ ਗਏ, ਠੀਕ ਹੈ, ਜਾਂ ਤੁਸੀਂ ਕਹਿ ਸਕਦੇ ਹੋ ਵੀ 6 0 ਆ ਗਏ, ਤਾਂ ਉਹ ਨੰਬਰ ਜਿਹੜਾ ਹੈਗਾ ਉਹ ਪਰਫੈਕਟ ਸਕੁਆਇਰ ਬਣ ਸਕਦਾ। ਠੀਕ ਹੈ, ਪਰ ਹਮੇਸ਼ਾ ਇਹ ਗੱਲ ਵੀ ਟਰੂ ਨਹੀਂ ਹੁੰਦੀ। ਜਿਵੇਂ 10 ਦਾ ਸਕੁਆਇਰ ਕੀ ਹੋ ਗਿਆ? 10 ਮਲਟੀਪਲਾਈਡ ਬਾय 10, 2 0 ਆ ਗਏ। 20 ਦਾ ਸਕੁਆਇਰ 400, 30 ਦਾ ਸਕੁਆਇਰ 900, ਪਿੱਛੇ 2 0 ਨੇ ਨਾ, ਤੇ ਆਪਾਂ ਕਹਿ ਸਕਦੇ ਹਾਂ 2 0 ਹੈਗੇ ਨੇ ਤਾਂ ਆਪਾਂ ਕਹਿ ਸਕਦੇ ਹਾਂ ਵੀ ਹਾਂ ਹੋ ਸਕਦਾ ਵੀ ਪਰਫੈਕਟ ਸਕੁਆਇਰ ਹੋਏ, ਐਟਲੀਸਟ ਪੋਸਿਬਿਲਿਟੀ ਤਾਂ ਹੈਗੀ ਹੈ, ਪਰ ਹਮੇਸ਼ਾ ਟਰੂ ਨਹੀਂ ਹੁੰਦਾ। ਐਗਜ਼ਾਮਪਲ ਦਵਾਂ ਇਹਦੇ ਵਿੱਚ, ਟਵਿਸਟ ਦਵਾਂ, ਜਿਵੇਂ 400 ਦਾ ਪਰਫੈਕਟ ਸਕੁਆਇਰ ਹੈਗਾ, 300 ਦੇ ਪਿੱਛੇ ਵੀ ਤਾਂ 2 0 ਆ ਰਹੇ ਨੇ, 500 ਦੇ ਪਿੱਛੇ ਵੀ ਤਾਂ 2 0 ਆ ਰਹੇ ਨੇ, ਪਰ ਇਹ ਪਰਫੈਕਟ ਸਕੁਆਇਰ ਤਾਂ ਹੈ ਨਹੀਂ। ਕੋਈ ਇੱਕੋ ਨੰਬਰ ਨੂੰ ਦੋ ਵਾਰ ਮਲਟੀਪਲਾਈ ਕਰਕੇ 300 ਜਾਂ 500 ਤਾਂ ਬਣਦਾ ਨਹੀਂ, 700 ਵੀ ਨਹੀਂ ਹੈਗਾ, ਹੈ ਨਾ। ਤੇ ਇਹ ਗੱਲ ਤੁਸੀਂ ਯਾਦ ਰੱਖਣੀ ਹੈ, ਜੇ ਤਾਂ ਔਡ ਹੈਗਾ ਨੰਬਰ ਆਫ ਜ਼ੀਰੋਸ ਫਿਰ ਤਾਂ ਸਿੱਧਾ ਹੀ ਤੁਸੀਂ ਕਹਿ ਦੋ ਵੀ ਨਹੀਂ ਜੀ ਇਹ ਤਾਂ ਹੈ ਹੀ ਨਹੀਂ ਪਰਫੈਕਟ ਸਕੁਆਇਰ। ਪਰ ਜੇ ਈਵਨ ਹੈਗੇ ਨੇ ਨੰਬਰ ਆਫ ਜ਼ੀਰੋਸ, ਯਾਨੀ 2 ਹੋ ਗਏ, 4 ਹੋ ਗਏ, 6 ਹੋ ਗਿਆ, 8 ਹੋ ਗਿਆ, ਤਾਂ ਤੁਸੀਂ ਫਿਰ ਵੀ ਟਰਾਈ ਕਰ ਸਕਦੇ ਹੋ ਵੀ ਹੋ ਸਕਦਾ ਵੀ ਇਹ ਪਰਫੈਕਟ ਸਕੁਆਇਰ ਨਿਕਲ ਆਵੇ। ਹੁਣ ਇੱਥੇ ਐਗਜ਼ਾਮਪਲ ਦੇ ਵਿੱਚ ਕਿਹਾ ਗਿਆ ਵੀ ਇਹ ਨੰਬਰ ਦਿੱਤੇ ਗਏ ਨੇ, ਇਹਨਾਂ ਦੇ ਪਿੱਛੇ ਕਿੰਨੇ 0 ਲੱਗਦੇ ਨੇ ਜਦ ਇਹਨਾਂ ਦਾ ਸਕੁਆਇਰ ਕਰੀਏ। ਇੱਥੇ 1 0 ਹੈ, ਜਦ ਇਹਦਾ ਸਕੁਆਇਰ ਕਰਾਂਗੇ 60 ਮਲਟੀਪਲਾਈਡ ਬਾय 60 ਕਿੰਨੇ ਆ ਜਾਣਗੇ? 2 ਹੋ ਜਾਣਗੇ, ਯਾਨੀ ਇਹਦਾ ਡਬਲ ਹੋ ਜਾਊਗਾ। ਇੱਥੇ 2 ਨੇ, 2 ਹੋਰ ਹੋ ਜਾਣਗੇ, ਕਿਉਂਕਿ ਇੱਥੇ ਕੀ ਲਿਖੋਗੇ 200 ਮਲਟੀਪਲਾਈਡ ਬਾय 200, ਯਾਨੀ 4 0 ਹੋ ਜਾਣਗੇ। ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਜੇ ਤੁਹਾਨੂੰ ਸਮਝ ਆ ਗਿਆ। ਇਹ ਪ੍ਰੋਪਰਟੀ ਵੀ ਸਮਝ ਆ ਗਈ ਵੀ 0 ਜੇ ਈਵਨ ਹੈਗੇ ਨੇ ਤਾਂ ਤੁਸੀਂ ਕਹਿ ਸਕਦੇ ਹੋ ਵੀ ਹਾਂ ਹੋ ਸਕਦਾ ਹੈ ਪਰਫੈਕਟ ਸਕੁਆਇਰ। ਹੁਣ ਸਕੁਆਇਰ ਜਿਹੜਾ ਈਵਨ ਨੰਬਰ ਦਾ ਹੈਗਾ, ਈਵਨ ਨੰਬਰ ਕੀ ਹੁੰਦਾ ਹੈ? ਜਿਵੇਂ ਕਿ 2 4 6 8,
ਜਿਹੜੇ 2 ਨਾਲ ਡਿਵਾਈਡ ਹੋ ਜਾਂਦੇ ਨੇ ਉਹਨਾਂ ਨੂੰ ਆਪਾਂ ਈਵਨ ਨੰਬਰ ਕਹੀਦਾ, ਠੀਕ ਹੈ। ਈਵਨ ਨੰਬਰ ਦਾ ਸਕੁਆਇਰ ਈਵਨ ਆਂਦਾ, ਇਹ ਗੱਲ ਹਮੇਸ਼ਾ ਯਾਦ ਰੱਖਿਓ। ਤੇ ਔਡ ਨੰਬਰ ਜਿਵੇਂ 1 3 5 7 9 ਇਹ ਜਿਹੜੇ ਹੈਗੇ ਨੇ ਇਹ ਔਡ ਨੰਬਰ ਹੁੰਦੇ ਨੇ, ਤੇ ਕਿਸੇ ਨੰਬਰ ਪਿੱਛੇ ਇਹ ਲੱਗ ਜਾਣ, ਜਿਵੇਂ ਇਹ ਹੋ ਗਿਆ, ਇਹ ਹੋ ਗਿਆ, ਇਹ ਨੰਬਰ ਪਿੱਛੇ ਲੱਗ ਜਾਣ, ਠੀਕ ਹੈ, ਤਾਂ ਉਹ ਵੀ ਔਡ ਬਣ ਜਾਂਦੇ ਨੇ। ਔਡ ਨੰਬਰ ਦਾ ਸਕੁਆਇਰ ਹਮੇਸ਼ਾ ਔਡ ਹੁੰਦਾ ਹੈ। ਇੰਨੀ ਗੱਲ ਵੀ ਸਮਝ ਆ ਗਈ। ਚੌਥੀ ਪ੍ਰੋਪਰਟੀ। ਪੰਜਵੀਂ ਪ੍ਰੋਪਰਟੀ, ਵਨਸ ਡਿਜਿਟ ਆਫ ਸਕੁਆਇਰ ਆਫ ਅ ਨੰਬਰ। ਦੇਖੋ ਜੇ ਕਿਸੇ ਵੀ ਨੰਬਰ ਦੇ ਵਿੱਚ ਵਨਸ ਡਿਜਿਟ ਦੇ ਵਿੱਚ 1 ਹੈਗਾ, ਜਿਵੇਂ 21, ਜਾਂ ਫਿਰ ਵਨਸ ਡਿਜਿਟ ਦੇ ਵਿੱਚ 9 ਹੈਗਾ, ਤਾਂ ਉਹਦਾ ਜਦ ਤੁਸੀਂ ਸਕੁਆਇਰ ਕਰੋਗੇ, ਜਿਵੇਂ 21 ਮਲਟੀਪਲਾਈਡ ਬਾਈ 21, ਤਾਂ ਉਹਦੇ ਪਿੱਛੇ 1 ਆਏਗਾ। ਜੇ ਪਿੱਛੇ 1 ਜਾਂ 9 ਹੈਗਾ ਵਨਸ ਡਿਜਿਟ ਦੇ ਵਿੱਚ, ਤਾਂ ਜਦ ਉਸ ਨੰਬਰ ਦਾ ਸਕੁਆਇਰ ਕਰੋਗੇ, ਜਿਵੇਂ 1 ਤੇ 1 ਨੂੰ ਮਲਟੀਪਲਾਈ ਕੀਤਾ, ਪਿੱਛੇ 1 ਆ ਜਾਂਦਾ ਹੈ ਨਾ, ਉਵੇਂ ਹੀ ਮੰਨ ਲਓ 29 ਮਲਟੀਪਲਾਈਡ ਬਾਈ 29 ਹੈ, 9 ਦਾ ਸਕੁਆਇਰ ਕੀ ਹੁੰਦਾ 81, ਪਿੱਛੇ ਤਾਂ 1 ਆਊਗਾ ਨਾ। ਉਵੇਂ ਹੀ ਕਿਸੇ ਨੰਬਰ ਦੇ ਪਿੱਛੇ 2 ਜਾਂ ਫਿਰ 8 ਹੈਗਾ ਵਨਸ ਦੇ ਵਿੱਚ, ਤਾਂ ਉਹਦਾ ਜਦ ਤੁਸੀਂ ਸਕੁਆਇਰ ਕਰੋਗੇ ਤਾਂ ਵਨਸ ਡਿਜਿਟ ਦੇ ਵਿੱਚ 4 ਆਏਗਾ। ਉਵੇਂ ਹੀ ਜੇ ਕਿਸੇ ਨੰਬਰ ਦੇ ਵਨਸ ਡਿਜਿਟ ਦੇ ਵਿੱਚ 3 ਜਾਂ ਫਿਰ 7 ਹੈਗਾ, ਤਾਂ ਉਹਨਾਂ ਜਦ ਸਕੁਆਇਰ ਕਰੋਗੇ ਤਾਂ ਪਿੱਛੇ ਵਨਸ ਡਿਜਿਟ ਦੇ ਵਿੱਚ ਆਨਸਰ ਜਿਹੜਾ ਵਨਸ ਦੇ ਵਿੱਚ 9 ਆਏਗਾ। ਉਵੇਂ 4 ਤੇ 6 ਹੈਗਾ ਕਿਸੇ ਨੰਬਰ ਦੇ ਵਨਸ ਡਿਜਿਟ ਦੇ ਵਿੱਚ, ਤੇ ਉਹਦਾ ਸਕੁਆਇਰ ਕਰੋਗੇ ਤਾਂ ਆਨਸਰ ਦੇ ਵਨਸ ਡਿਜਿਟ ਦੇ ਵਿੱਚ 6 ਆਏਗਾ। ਬਹੁਤ ਇੰਪੋਰਟੈਂਟ ਟੇਬਲ ਹੈਗਾ। ਜੇ 5 ਹੈਗਾ ਤਾਂ ਵਨਸ ਡਿਜਿਟ ਦੇ ਵਿੱਚ, ਤਾਂ ਆਨਸਰ ਦੇ ਵਨਸ ਦੇ ਵਿੱਚ ਵੀ 5 ਆਏਗਾ। ਇਹ ਗੱਲ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਹੁਣ ਜਿਵੇਂ ਇਹਨੂੰ ਟਰਾਈ ਕਰੀਏ, ਇੱਕ ਦੱਸਣਾ ਵੀ ਇਹਦੇ ਵਨਸ ਡਿਜਿਟ ਦੇ ਵਿੱਚ ਕਿਹੜਾ ਨੰਬਰ ਆਏਗਾ। ਦੇਖੋ ਟੇਬਲ ਦੇਖੀਏ, ਇੱਥੇ ਵਨਸ ਡਿਜਿਟ ਦੇ ਵਿੱਚ ਨੰਬਰ ਦੇ ਕੀ ਹੈਗਾ 1, ਆਨਸਰ ਦੇ ਵਿੱਚ ਵਨਸ ਡਿਜਿਟ ਦੇ ਵਿੱਚ ਕੀ ਆ ਜਾਏਗਾ 1। ਇੱਥੇ ਵਨਸ ਡਿਜਿਟ ਦੇ ਵਿੱਚ ਕੀ ਹੈਗਾ 9, ਆਨਸਰ ਦੇ ਵਨਸ ਡਿਜਿਟ ਦੇ ਵਿੱਚ ਵੀ 1 ਆ ਜਾਏਗਾ। ਇੱਥੇ ਵਨਸ ਡਿਜਿਟ ਦੇ ਵਿੱਚ ਇਸ ਨੰਬਰ ਦੇ 8 ਹੈਗਾ, ਇੱਥੇ ਵਨਸ ਡਿਜਿਟ ਦੇ ਵਿੱਚ ਕੀ ਆ ਜਾਏਗਾ ਆਨਸਰ ਦੇ 4। 7 ਤੇ 4 ਦਾ ਆਨਸਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ। ਜੇ ਤੁਹਾਨੂੰ ਇਹ ਟੇਬਲ ਯਾਦ ਹੋ ਗਿਆ ਮੈਨੂੰ ਉਹ ਵੀ ਦੱਸਿਓ। ਅੱਗੇ ਇੱਕ ਹੋਰ ਪ੍ਰੋਪਰਟੀ ਕਹੀ ਗਈ ਹੈ ਕਿ ਦੇਖੋ ਆਪਾਂ ਨੈਚੁਰਲ ਨੰਬਰਸ ਲੈਂਦੇ, ਨੈਚੁਰਲ ਨੰਬਰਸ ਕਿਹੜੇ ਹੁੰਦੇ ਨੇ 1 2 1 ਤੋਂ ਸ਼ੁਰੂ ਹੁੰਦੇ ਨੇ। ਵੀ ਮੰਨ ਲਓ ਜੇ ਆਪਾਂ ਨੈਚੁਰਲ ਨੰਬਰਸ ਦੇ ਵਿੱਚ ਕੋਈ 2 ਕੰਸੈਕਟਿਵ ਨੰਬਰਸ ਲੈਂਦੇ, ਕੰਸੈਕਟਿਵ ਯਾਨੀ ਇੱਕ ਤੋਂ ਬਾਅਦ ਇੱਕ ਆਉਂਦੇ, ਜਿਵੇਂ 2 ਤੇ 3 ਹੋ ਗਿਆ, ਜਿਵੇਂ 3 ਤੇ 4 ਹੋ ਗਿਆ, ਜਿਵੇਂ 4 ਤੇ 5 ਹੋ ਗਿਆ, ਜਿਵੇਂ 16 ਤੇ 15 ਹੋ ਗਿਆ। ਕੋਈ 2 ਨੈਚੁਰਲ ਨੰਬਰਸ ਲੈਂਦੇ, ਮੰਨ ਲਓ ਇਹ n ਲੈ ਲਓ, ਤੇ ਅਗਲੇ ਵਾਲਾ ਕੀ ਹੋ ਜਾਏਗਾ n ਦੇ ਵਿੱਚ ਇੱਕ ਐਡ ਕਰ ਦੋ, ਇਹੀ ਹੋਏਗਾ ਨਾ 2 ਨੈਚੁਰਲ ਨੰਬਰ। ਇੱਕ n ਸਮਝ ਲਓ, ਦੂਜਾ n ਦੇ ਵਿੱਚ ਇੱਕ ਐਡ ਕਰ ਦੋ, ਇਹ 2 ਕੰਸੈਕਟਿਵ ਨੈਚੁਰਲ ਨੰਬਰਸ ਹੋ ਗਏ, ਇੱਕ n ਇੱਕ n+1। ਉਹਨਾਂ ਦਾ ਜਦ ਤੁਸੀਂ ਸਕੁਆਇਰ ਕਰੋਗੇ, ਠੀਕ ਹੈ, ਮੰਨ ਲਓ 1 ਤੇ 2, ਇਹਨਾਂ ਦਾ ਜਦ ਤੁਸੀਂ ਸਕੁਆਇਰ ਕਰੋਗੇ ਤਾਂ ਇਹਨਾਂ ਦੇ ਸਕੁਆਇਰ ਦੇ ਵਿਚਕਾਰ ਜਿਹੜਾ ਜਦ ਆਨਸਰ ਆਉਂਦਾ ਹੈ ਉਹਦੇ ਵਿੱਚ ਕਿੰਨੇ ਨੈਚੁਰਲ ਨੰਬਰ ਹੁੰਦੇ ਨੇ, ਉਹ ਹੁੰਦਾ 2n। ਹੁਣ ਮੈਂ ਤੁਹਾਨੂੰ ਪ੍ਰੂਫ ਕਰਕੇ ਦੱਸਦੀ ਹਾਂ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਲੈ ਲਓ, ਤੁਸੀਂ ਨੈਚੁਰਲ ਨੰਬਰ ਲਿੱਤਾ ਹੈ n1 ਤੇ n+1 ਕੀ ਹੋ ਗਿਆ 2, ਯਾਨੀ 1 ਤੇ 2 ਲਿੱਤਾ ਹੈ। ਹੁਣ ਇਹਨਾਂ ਦਾ ਜਿਹੜਾ ਸਕੁਆਇਰ ਹੈਗਾ 1 ਦਾ ਸਕੁਆਇਰ 1, 2 ਦਾ ਸਕੁਆਇਰ ਕਿੰਨਾ ਹੋ ਗਿਆ 4। ਇਹਨਾਂ ਦੋਨਾਂ ਵਿੱਚ ਕਿੰਨੇ ਨੰਬਰ ਆ ਰਹੇ ਨੇ 2 ਤੇ 3 ਆ ਰਹੇ। ਕਿੰਨੇ ਨੰਬਰ ਆ ਰਹੇ ਨੇ 2 ਆ ਰਹੇ ਨੇ, ਹਾਊ ਮੈਨੀ। ਇਹਨਾਂ ਦੋਨਾਂ ਦੇ ਸਕੁਆਇਰ ਦੇ ਵਿਚਕਾਰ ਜਿਹੜਾ ਆਨਸਰ ਹੈ ਉਹਦੇ ਵਿਚਕਾਰ ਕਿੰਨੇ ਨੰਬਰ ਆ ਰਹੇ ਨੇ 2 ਆ ਰਹੇ ਨੇ। ਉਹ ਆਪਾਂ ਕਿਵੇਂ ਕੱਢਣਾ ਹੈ, ਉਹਦੇ ਲਈ ਫਾਰਮੂਲਾ ਹੈ 2n। n ਕੀ ਸੀ, ਆਪਾਂ n 1 ਮੰਨਿਆ ਸੀ, 2 ਮਲਟੀਪਲਾਈਡ ਬਾਈ 1 ਯਾਨੀ 2 ਨੰਬਰ ਹੋਣਗੇ ਇਹਨਾਂ ਦੇ ਸਕੁਆਇਰ ਦੇ ਵਿਚਕਾਰ। ਇੱਕ ਹੋਰ ਐਗਜ਼ਾਮਪਲ ਟਰਾਈ ਕਰਦੇ ਹਾਂ। ਜਿਵੇਂ ਮੰਨ ਲਓ ਆਪਾਂ ਨੰਬਰ ਲਿਆ ਹੈਗਾ 4, n ਨੂੰ 4 ਲੈ ਲਓ, n+1 ਲੈ ਲਓ 5। ਇਹਨਾਂ ਦੋਨਾਂ ਦੇ ਸਕੁਆਇਰ ਦੇ ਵਿਚਕਾਰ 4 ਦਾ ਸਕੁਆਇਰ 16, n+1 ਦਾ ਸਕੁਆਇਰ ਯਾਨੀ ਕਿ 5 ਦਾ ਸਕੁਆਇਰ 25। ਇਹਨਾਂ ਦੋਨਾਂ ਦੇ ਵਿਚਕਾਰ ਕਿੰਨੇ ਨੰਬਰ ਨੇ, ਹਾਊ ਮੈਨੀ ਨੰਬਰਸ। ਫਾਰਮੂਲਾ ਕੀ ਹੈ ਉਹ ਕੱਢਣ ਦਾ 2n। n ਕੀ ਹੈ 4, 2 ਮਲਟੀਪਲਾਈਡ ਬਾਈ 4 8। ਹੁਣ ਤੁਸੀਂ ਸੋਲਵ ਕਰਨਾ ਹੈ ਇਸ ਦੇ ਵਿੱਚ ਇਹ ਵਾਲਾ ਕੁਐਸਚਨ ਵੀ ਕਿੰਨੇ ਨੈਚੁਰਲ ਨੰਬਰ ਨੇ 8 ਤੇ 9 ਦੇ ਸਕੁਆਇਰ ਦੇ ਵਿਚਕਾਰ। 8 ਦਾ ਸਕੁਆਇਰ 64 ਹੋ ਗਿਆ, 9 ਦਾ ਸਕੁਆਇਰ ਹੋ ਗਿਆ 81। ਕਿਵੇਂ ਕੱਢਾਂਗੇ,
2n फॉर्मूला, n की है 8, 2 मल्टीप्लाइड बाय 8 16। 16 ਨੈਚੁਰਲ ਨੰਬਰ ਨੇ 64 ਤੇ 81 ਦੇ ਵਿੱਚ, ਤੁਸੀਂ ਕੈਲਕੂਲੇਟ ਕਰਕੇ ਦੇਖ ਸਕਦੇ ਹੋ। ਇਹ ਵਾਲਾ ਪਾਰਟ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦੇ ਵਿੱਚ ਦੱਸਣਾ, ਠੀਕ ਹੈ। ਅਗਲੀ ਪ੍ਰੋਪਰਟੀ ਇਹ ਕਹਿੰਦੀ ਹੈ ਜੀ ਸਕੁਆਇਰ ਆਫ ਅ ਨੰਬਰ n, ਜੇ ਕੋਈ ਨੰਬਰ ਹੈਗਾ ਉਹਦਾ ਜਿਹੜਾ ਸਕੁਆਇਰ ਹੈਗਾ ਉਹਨੂੰ ਆਪਾਂ ਕਿਵੇਂ ਲਿਖ ਸਕਦੇ ਆ, ਐਕਸਪ੍ਰੈਸਡ ਐਸ ਦ ਸਮ ਆਫ ਫਰਸਟ n odd natural number, odd यानी 1 3 5 7। ਜਿਵੇਂ ਐਗਜ਼ਾਮਪਲ ਦੱਸਦੀ ਹਾਂ, 2 ਦਾ ਸਕੁਆਇਰ ਕੀ ਹੁੰਦਾ 4, ਆਨਸਰ ਆ ਗਿਆ। ਇਹਨੂੰ ਆਪਾਂ ਕਿਵੇਂ ਲਿਖ ਸਕਦੇ ਆ, ਪਹਿਲੇ 2 4 ਤੋਂ ਪਹਿਲਾਂ ਜਿਹੜੇ 2 odd ਨੰਬਰਸ ਆਉਂਦੇ ਨੇ ਨਾ, ਫਰਸਟ 2 odd natural number यानी 1 ਤੇ 3, ਉਹਨੂੰ ਐਡ ਕਰ ਦੋਗੇ ਤਾਂ ਇਹ ਆ ਗਿਆ। ਉਵੇਂ ਹੀ 3 ਦਾ ਜਿਹੜਾ ਸਕੁਆਇਰ ਹੈਗਾ ਜੋ ਕਿ ਹੈਗਾ 9, ਉਹਨੂੰ ਆਪਾਂ ਲਿਖ ਸਕਦੇ ਆ ਪਹਿਲੇ 3 odd natural numbers ਨੂੰ ਐਡ ਕਰਕੇ ਆ ਜਾਏਗਾ। ਉਵੇਂ ਹੀ ਜਿਵੇਂ ਕਿ ਮੈਂ ਐਗਜ਼ਾਮਪਲ ਦਵਾਂ, 4 ਹੈਗਾ, 4 ਦਾ ਸਕੁਆਇਰ ਕੀ ਹੁੰਦਾ ਸਾਨੂੰ ਪਤਾ ਹੈ, 4 ਦਾ ਸਕੁਆਇਰ ਹੁੰਦਾ 16। ਇਹਨੂੰ ਆਪਾਂ ਲਿਖ ਸਕਦੇ ਹਾਂ 4 ਦਾ ਸਕੁਆਇਰ 16। ਦੂਜਾ ਤਰੀਕਾ ਕੀ ਹੈ, ਪਹਿਲੇ 4 ਫਰਸਟ 4 odd numbers ਕਿਹੜੇ ਨੇ, 1 + 3 + 5 + 7, ਇਹਨਾਂ ਨੂੰ ਐਡ ਕਰੋਗੇ ਉਹ ਵੀ 16 ਆਏਗਾ। 5 ਦਾ ਸਕੁਆਇਰ ਕੀ ਹੁੰਦਾ 25, ਇਹਨੂੰ ਹੋਰ ਕਿਵੇਂ ਲਿਖ ਸਕਦੇ ਆ 25, 1 + 3 + 5 + 7 + ਪੰਜਵਾਂ odd 11, ਸੌਰੀ 9, 11 ਨਹੀਂ 9, ਇਹਨਾਂ ਨੂੰ ਐਡ ਕਰੋਗੇ ਤਾਂ ਇਹੀ ਨੰਬਰ ਆ ਜਾਏਗਾ। ਕਹਿਣ ਦਾ ਮਤਲਬ ਇਹ ਹੈਗਾ ਕਿ ਫਰਸਟ n यानी पहले जे 5 ਹੈਗੇ ਨੇ odd numbers, ਉਹਨਾਂ ਨੂੰ ਫਰਸਟ n odd ਨੰਬਰਾਂ ਦਾ ਜਿਹੜਾ ਸਮ ਹੈਗਾ, ਜੇ 5 odd numbers ਦਾ ਸਮ ਹੈਗਾ ਉਹਨੂੰ ਆਪਾਂ ਲਿਖ ਸਕਦੇ ਆ n ਦਾ ਸਕੁਆਇਰ 5 ਦਾ ਸਕੁਆਇਰ। ਜੇ 4 odd numbers ਦਾ ਸਮ ਆਪਾਂ ਕਰਨਾ ਉਹਨੂੰ ਆਪਾਂ ਲਿਖ ਸਕਦੇ ਆ 4 ਦਾ ਸਕੁਆਇਰ। ਜਿੰਨੇ odd numbers ਨੇ ਉਹਨਾਂ ਨੂੰ ਐਡ ਕੀਤਾ ਹੈ ਉਹਨੂੰ ਆਪਾਂ ਲਿਖ ਸਕਦੇ ਆ ਉਸ ਨੰਬਰ ਦਾ ਸਕੁਆਇਰ ਕਰਕੇ ਵੀ ਕੱਢ ਸਕਦੇ। ਇਹ ਪ੍ਰੋਪਰਟੀ ਯੂਜ਼ ਹੋਏਗੀ। ਹੁਣ ਆਪਾਂ ਯੂਜ਼ ਕਰਕੇ ਦੇਖਦੇ ਹਾਂ ਮੂੰਹ ਜ਼ਬਾਨੀ ਸੋਲਵ ਕਰਨ ਲਈ ਇਹ ਵਾਲਾ ਕੁਐਸਚਨ। ਇੱਥੇ ਕੀ ਹੈ, ਇਹ ਸਮ ਕੱਢਣਾ ਹੈ ਜੀ ਤੁਸੀਂ ਇਹਨਾਂ ਨੂੰ ਐਡ ਕੀਤੇ ਬਿਨਾ। ਕਿੰਨੇ odd numbers ਨੇ, 1 2 3 4 5 6 7 8 ਨੇ। ਇਹਨੂੰ ਮੈਂ ਲਿਖ ਸਕਦੀ ਹਾਂ 8 odd numbers ਨੇ ਤਾਂ 8 ਦਾ ਸਕੁਆਇਰ 64 ਹੋ ਜਾਏਗਾ, ਲਿਖ ਸਕਦੇ ਆ ਨਾ। ਉਵੇਂ ਹੀ ਜਿਹੜਾ 100 ਹੈਗਾ ਉਹਨੂੰ ਲਿਖਣਾ ਹੈ ਸਮ ਆਫ odd numbers। 100 ਨੂੰ ਜਾਂ ਤਾਂ ਤੁਸੀਂ ਲਿਖ ਸਕਦੇ ਹੋ 10 ਦਾ ਸਕੁਆਇਰ। 10 ਦਾ ਸਕੁਆਇਰ ਹੈਗਾ ਯਾਨੀ ਪਹਿਲੇ 10 ਜਿਹੜੇ ਹੈਗੇ ਨੇ odd natural numbers ਉਹਨਾਂ ਨੂੰ ਐਡ ਕਰਕੇ ਆਪਾਂ 100 ਪਹੁੰਚ ਸਕਦੇ ਹਾਂ। ਕਿਵੇਂ, ਪਹਿਲਾ 1 + 3 + 5 + 7 + 9 + 11 + 13 + 15 + 17, ਪਹਿਲੇ 10 odd numbers ਜਿਹੜੇ ਹੈਗੇ ਨੇ ਉਹਨਾਂ ਨੂੰ ਐਡ ਕਰੋਗੇ 100 ਆ ਜਾਏਗਾ। ਇੰਨੀ ਗੱਲ ਵੀ ਕਲੀਅਰ ਹੋ ਗਈ। ਅੱਗੇ ਚੱਲਦੇ ਹਾਂ, ਇੱਕ ਹੋਰ ਪ੍ਰੋਪਰਟੀ ਹੈ, ਦ ਸਕੁਆਇਰ ਆਫ ਐਨ odd number। ਇੱਕ ਨੂੰ ਛੱਡ ਕੇ ਕਿਸੇ odd number ਦਾ ਜਦ ਤੁਸੀਂ ਸਕੁਆਇਰ ਕਰਦੇ ਹੋ ਉਹਨੂੰ ਆਪਾਂ ਐਕਸਪ੍ਰੈਸ ਕਰ ਸਕਦੇ ਹਾਂ ਐਜ਼ ਦ ਸਮ ਆਫ 2 consecutive natural numbers। ਕੋਈ ਦੋ ਨਾਲ ਦੀ ਨਾਲ ਜਿਹੜੇ ਨੈਚੁਰਲ ਨੰਬਰਸ ਨੇ ਉਹਨਾਂ ਨੂੰ ਐਡ ਕਰਕੇ ਆਪਾਂ ਲਿਖ ਸਕਦੇ ਹਾਂ। ਜਿਵੇਂ ਕਿ odd ਜਿਹੜਾ ਨੰਬਰ ਹੈਗਾ 3 ਦਾ ਸਕੁਆਇਰ ਹੋ ਗਿਆ 9, ਉਹਨੂੰ ਆਪਾਂ 2 consecutive ਦਾ ਮਤਲਬ ਇੱਕ ਤੋਂ ਬਾਅਦ ਇੱਕ ਜਿਹੜਾ ਨੰਬਰ ਆਂਦਾ ਹੈ, ਠੀਕ ਹੈ, ਉਹਦੇ ਵਿੱਚ ਲਿਖ ਸਕਦੇ ਹਾਂ। ਹੁਣ 9 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਇੱਕ ਨੰਬਰ 4 ਹੈ ਤੇ ਦੂਜਾ ਕੀ ਹੋ ਜਾਏਗਾ 5। ਉਵੇਂ ਹੀ ਜੇ 5 ਦਾ ਸਕੁਆਇਰ ਆਪਾਂ 25 ਲਿਖ ਸਕਦੇ, ਇਹਨੂੰ ਕੋਈ ਦੋ ਨੰਬਰਸ ਦੇ ਵਿੱਚ ਕੰਜ਼ੈਕਟਿਵ ਨੰਬਰਸ ਨੂੰ ਐਡ ਕਰਕੇ ਬਣਾ ਸਕਦੇ ਹਾਂ। ਹੁਣ ਇਹ ਨੰਬਰ ਕਿਵੇਂ ਕੱਢਨੇ ਨੇ, ਕੰਜ਼ੈਕਟਿਵ ਯਾਨੀ ਇੱਕ ਤੋਂ ਬਾਅਦ ਇੱਕ, ਉਹਦਾ ਇਹ ਫਾਰਮੂਲਾ ਹੈ, ਠੀਕ ਹੈ। ਜੇ n ਦਾ ਸਕੁਆਇਰ ਹੈ, ਮੰਨ ਲਓ 3 ਦਾ ਸਕੁਆਇਰ ਹੈਗਾ ਤੇ ਇਹ ਫਾਰਮੂਲਾ ਲਾਣਾ ਹੈ n² - 1/2 plus n² + 1/2 ਤੇ ਤੁਹਾਡੇ ਕੋਲੋਂ ਕੰਜ਼ੈਕਟਿਵ ਨੰਬਰਸ ਆ ਜਾਣਗੇ। ਕਿਵੇਂ ਕਰਨਾ ਹੈ, express the following as sum of 2 consecutive numbers। ਦੋ ਨਾਲ ਦੀ ਨਾਲ ਜਿਹੜੇ ਨੰਬਰਸ ਆਉਂਦੇ ਨੇ ਉਹਨਾਂ ਦੇ ਸਮ ਦੇ ਵਿੱਚ ਲਿਖਣਾ ਹੈ। 19 ਦਾ ਸਕੁਆਇਰ ਹੁੰਦਾ 361। ਹੁਣ ਇਹ 19 ਜਿਹੜਾ ਹੈ odd ਨੰਬਰ ਹੈ, ਦੋ consecutive numbers ਲੱਭਣ ਲਈ ਇਹ ਵਾਲਾ ਫਾਰਮੂਲਾ ਲੱਗੂਗਾ। ਚਲੋ ਫਾਰਮੂਲਾ ਲਾਉਂਦੇ ਆ, n² - 1, 19 ਦਾ ਸਕੁਆਇਰ -1/2 plus 19 ਦਾ ਸਕੁਆਇਰ + 1/2।
इनू सॉल्व कर लो। 19 का स्क्वायर हो गया 361 माइनस 1/2 प्लस 361 प्लस 1/2। 361 विचों एक गया 360/2 प्लस 362/2। कटिंग हो जाएगी आराम नाल। दो नंबर इन्हों ऐड करके ए 19 का स्क्वायर बनता है, ए आ गया। समझ आ गया? ऑड नंबर का स्क्वायर दो कंसेक्यूटिव नैचुरल नंबर्स दे विच जे लिखना होए तां ए वाला फॉर्मूला लगदा है। बी पार्ट तुसी ट्राई करके मैनू कमेंट सैक्शन दे विच आंसर दस्सिओ। अगली प्रॉपर्टी, ये प्रॉपर्टीज बार बार पढ़ते रहो क्योंकि ये अगे यूज होनी है। एग्जाम्पल जेडे ने पूछे जा सकते हैं। प्रोडक्ट ऑफ टू कंसेक्यूटिव इवन और ऑड नेचुरल नंबर्स। हुण मान लो दो जेडे कंसेक्यूटिव यानी एक तो बाद एक ऑड या ईवन नंबर्स हैगे ने, ठीक है, तो उन्हां दा आपां प्रोडक्ट यानी मल्टीप्लीकेशन किवें कढ सकदे हां। ਉਹਦਾ ਇਹ ਫਾਰਮੂਲਾ ਹੈਗਾ। ਹੁਣ ਇਹ ਕਿਵੇਂ ਕੱਢਣਾ, ਧਿਆਨ ਨਾਲ ਦੇਖਿਓ। ਮੰਨ ਲਓ ਆਪਾਂ ਦੋ ਕੰਸੈਕੂਟਿਵ ਕਹਿਣ ਦਾ ਮਤਲਬ ਇੱਕ ਤੋਂ ਬਾਅਦ ਜਿਹੜੇ ਇੱਕ ਆਂਦੇ ਨੇ ਪਹਿਲਾਂ ਔਡ ਨੈਚੁਰਲ ਨੰਬਰ ਲੈ ਲੈਂਦੇ, ਕੋਈ ਦੋ ਫੜ ਲਓ, ਠੀਕ ਹੈ। ਉਹਦਾ ਫਾਰਮੂਲਾ ਆਪਾਂ ਕੱਢਣਾ ਕੰਸੈਕੂਟਿਵ ਔਡ ਨੈਚੁਰਲ ਨੰਬਰਸ ਦਾ ਪ੍ਰੋਡਕਟ यानी ਮਲਟੀਪਲਾਈ ਕਰਨਾ। ਇੱਕ ਲੈ ਲਓ 5, ਦੂਜਾ ਲੈ ਲਓ 7, ਇਹੀ ਆਏਗਾ। 5 ਤੇ 7 ਨਾਲ ਦੀ ਨਾਲ ਆਂਦੇ ਨੇ। ਇਹ ਆ ਗਿਆ ਜੀ 35, ਇਹੀ ਹੈ। ਇਹਨਾਂ ਨੂੰ ਮਲਟੀਪਲਾਈ ਕੀਤਾ, ਆਨਸਰ ਕੀ ਆ ਰਿਹਾ? 35 ਆ ਰਿਹਾ। ਹੁਣ ਇਹਨੂੰ ਆਪਾਂ 5 ਨੂੰ ਕਿਵੇਂ ਲਿਖ ਸਕਦੇ ਹਾਂ? 6 ਦੇ ਵਿੱਚੋਂ 1 ਘਟਾਇਆ, ਮਲਟੀਪਲਾਈਡ ਬਾਈ 6 ਦੇ ਵਿੱਚ 1 ਐਡ ਕੀਤਾ, 7 ਨੂੰ ਐਵੇਂ ਕਰਕੇ ਲਿਖ ਸਕਦੇ ਹੈ ਨਾ, ਜੋ ਕਿ ਬਣ ਗਿਆ 5 ਮਲਟੀਪਲਾਈਡ ਬਾਈ 7। ਜੇ ਤੁਸੀਂ ਇਹਨੂੰ ਸੋਲਵ ਕਰੋਗੇ ਉਹ ਵੀ ਆ ਗਿਆ 35, ਇਹੀ ਆਏਗਾ। ਇਹਨੂੰ 5 ਨੂੰ ਕਿਵੇਂ ਲਿਖਤਾ? 6 ਨੂੰ 6 ਦੇ ਵਿੱਚੋਂ 1 ਆ, ਮਲਟੀਪਲਾਈਡ ਬਾਈ 6 ਦੇ ਵਿੱਚ 1 ਐਡ ਕੀਤਾ, यानी कि ਇਹਦਾ ਜਿਹੜਾ ਫਾਰਮੂਲਾ ਹੈਗਾ ਉਹ ਆ ਗਿਆ 6 - 1 ਮਲਟੀਪਲਾਈਡ ਬਾਈ 6 + 1, ਜਿਹਨੂੰ ਆਪਾਂ ਲਿਖ ਸਕਦੇ ਆ n ਕੀ ਹੈਗਾ ਇੱਥੇ 6 ਦਾ ਸਕੁਆਇਰ - 1। ਸਮਝ ਆਈ ਇਹ ਗੱਲ? ਉਵੇਂ ਹੀ ਮੰਨ ਲਓ ਜੇ ਆਪਾਂ ਈਵਨ ਨੰਬਰਸ ਲੈਣੇ ਆ, ਫਾਰਮੂਲਾ ਦਿੱਤਾ ਹੋਇਆ, ਇੱਕ 10 ਲੈ ਲਓ, ਇੱਕ 12 ਲੈ ਲਓ। 10 ਨੂੰ ਆਪਾਂ ਕਿਵੇਂ ਲਿਖ ਸਕਦੇ ਆ? 10 ਤੱਕ ਕਿਵੇਂ ਪਹੁੰਚ ਸਕਦੇ ਆ? 11 ਦੇ ਵਿੱਚੋਂ 1 ਘਟਾਇਆ, ਮਲਟੀਪਲਾਈਡ ਬਾਈ 12 ਨੂੰ ਕਿਵੇਂ ਲਿਖ ਸਕਦੇ? ਵਿੱਚੋਂ ਵਾਲਾ ਨੰਬਰ ਲੈਣਾ ਹੈ ਨਾ ਉਹਦਾ। 11 ਦੇ ਵਿੱਚ 1 ਐਡ ਕੀਤਾ, ਇਹੀ ਆਏਗਾ। ਫਾਰਮੂਲਾ ਕੀ ਬਣ ਜਾਏਗਾ? ਤਾਂ ਸਿੰਪਲ n² - 1 यानी 11 ਦਾ ਸਕੁਆਇਰ - 1। ਉਵੇਂ ਹੀ ਮੰਨ ਲਓ ਤੁਹਾਡੇ ਕੋਲ ਇਕੁਏਸ਼ਨ ਦਿੱਤੀ ਗਈ ਹੈ, ਦੋ ਕੰਸੈਕੂਟਿਵ ਈਵਨ ਨੰਬਰਸ ਜਿਹੜੇ ਹੈਗੇ ਨੇ, ਇੱਕ ਦਿੱਤਾ ਗਿਆ 4, ਇੱਕ ਦਿੱਤਾ ਗਿਆ 6। ਇਹਦੇ ਵਿੱਚ n ਕੀ ਆ ਜਾਊਗਾ? 5। ਫਾਰਮੂਲਾ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ ਵੈਸੇ ਸਾਡੇ ਕੋਲ 24 ਆਂਦਾ ਹੈ। ਦੂਜਾ ਤਰੀਕਾ ਕੀ ਹੈਗਾ? n² - 1। n ਕੀ ਹੈਗਾ ਇਹਦੇ ਵਿੱਚ? 5 ਦੇ ਵਿੱਚੋਂ 1 ਗਏ 4, ਮਲਟੀਪਲਾਈਡ ਬਾਈ 5 ਦੇ ਵਿੱਚੋਂ 1 ਐਡ ਕਰਨਾ। ਹੁਣ ਦੇਖਦੇ ਆ n² ਦੇ ਵਿੱਚੋਂ 1 ਗਿਆ 24 ਆ ਸਕਦਾ, 25 ਦਾ ਵਿੱਚੋਂ ਮਾਈਨਸ ਕਰ ਦੋ 124 ਆ ਜਾਏਗਾ। ਇਹ ਦੂਜਾ ਤਰੀਕਾ ਹੈ ਇਹਦਾ ਪ੍ਰੋਡਕਟ ਕੱਢਣ ਦਾ। ਇਹ ਵਾਲਾ ਫਾਰਮੂਲਾ ਯਾਦ ਰੱਖਿਓ। ਦੋ ਕੰਸੈਕੂਟਿਵ ਈਵਨ ਜਾਂ ਔਡ ਨੈਚੁਰਲ ਨੰਬਰਸ ਦੇ ਲਈ ਇਹ ਫਾਰਮੂਲਾ। ਹੁਣ ਅਗਲਾ ਹੈਗਾ ਦ ਡਿਫਰੈਂਸ ਆਫ ਸਕੁਆਇਰਸ ਆਫ ਟੂ ਕੰਸੈਕੂਟਿਵ ਨੈਚੁਰਲ ਨੰਬਰਸ ਇਜ਼ ਇਕੁਅਲ ਟੂ ਸਮ ਆਫ ਬੋਥ ਦ ਨੰਬਰਸ। ਜਿਵੇਂ ਕਿ डिफरेंस ऑफ स्क्वायर्स ऑफ टू कंसेक्यूटिव नाल दी नाल जिहड़े नंबर्स हैगे ने, एक 5 ले लो, एक 4 ले लो, इन्हां दा स्क्वायर दा जिहड़ा डिफरेंस हैगा 5 दा स्क्वायर माइनस 4 दा स्क्वायर की हो गया 25 माइनस 16 9 आ गया। ये किहदे बराबर है? इन्हां दोनों नूं जद आपां ऐड करांगे वही आ जाएगा। जी हाँ, याद रखियो जिवें 10 दा स्क्वायर माइनस 9 दा स्क्वायर है ना, वो कितना आंदा आंसर 19 ਤਾਂ ਵੀ ਆ ਜਾਂਦਾ ਜੇ 10 + 9 ਕਰ ਦਈਏ, ਪਰ ਨੰਬਰ ਨਾਲ ਦੀ ਨਾਲ ਹੋਣੇ ਚਾਹੀਦੇ ਕੰਸੈਕੂਟਿਵ। ਜਿਵੇਂ 3 4 ਹੋ ਗਿਆ ਹੈ ਨਾ, 5 6 ਹੋ ਗਿਆ, 7 8 ਹੋ ਗਿਆ, ਨਾਲ ਦੀ ਨਾਲ ਜਿਹੜੇ ਨੰਬਰਸ ਆਉਂਦੇ ਨੇ ਉਹਦੇ ਲਈ ਇਹ ਫਾਰਮੂਲਾ ਹੈਗਾ। ਸਮਝ ਆ ਗਿਆ? ਅਗਲਾ ਇੱਥੇ ਕੀ ਹੈ? ਫਾਈਂਡ ਦ ਡਿਫਰੈਂਸ ਬਿਟਵੀਨ 21 ਦਾ ਸਕੁਆਇਰ ਮਾਈਨਸ 20 ਦਾ ਸਕੁਆਇਰ ਵਿਦਆਊਟ ਕੈਲਕੂਲੇਸ਼ਨ। कैलकुलेट नहीं करना पर स्क्वायर करना है, कितना होएगा? ये देखो दो कंसेक्यूटिव हैगे ने नैचुरल नंबर्स, डिफरेंस हैगा माइनस भी किया गया, नाल दी नाल कंसेक्यूटिव भी हैगे ने, एक तो बाद एक आंदा है, ਤਾਂ ਉਹਦਾ ਜਿਹੜਾ ਸਕੁਆਇਰ ਹੁੰਦਾ ਕਿਹਦੇ ਬਰਾਬਰ ਹੁੰਦਾ? ਉਹਦੇ ਸਮ ਦੇ 21 + 20 यानी कि ये आ गया 41 आंसर।
ਮੂੰਹ ਜ਼ਬਾਨੀ ਕਰਤਾ ਤੁਸੀਂ। ਉਵੇਂ ਹੀ ਇੱਥੇ ਸਕੁਆਇਰ ਆਫ ਅ ਨੈਗੇਟਿਵ ਇੰਟੀਜਰ ਇਜ਼ ਆਲਵੇਜ਼ ਪੋਜ਼ਿਟਿਵ। ਇਹ ਤਾਂ ਸਾਨੂੰ ਪਤਾ ਹੀ ਹੈ ਵੀ ਨੈਗੇਟਿਵ ਇੰਟੀਜਰ ਨੂੰ ਤਾਂ ਜਦ ਤੁਸੀਂ ਸਕੁਆਇਰ ਕਰੋਗੇ ਮਾਈਨਸ ਮਾਈਨਸ ਉੱਡ ਜਾਂਦਾ ਹੈ, ਮਾਈਨਸ ਮਾਈਨਸ ਕੀ ਹੁੰਦਾ ਹੈ ਪਲੱਸ, ਤਾਂ ਆਨਸਰ ਹਮੇਸ਼ਾ ਪਲੱਸ ਦੇ ਵਿੱਚ ਆਏਗਾ। square of a proper fraction is always less than the given fraction। ਜੇ proper fraction ਹੈਗੀ ਹੈ ਐਵੇਂ ਕਰਕੇ ਜਿਹਦੇ ਵਿੱਚ proper fraction ਕੀ ਹੁੰਦੀ ਹੈ, ਜਿਹਦੇ ਵਿੱਚ ਜਿਹੜਾ denominator ਹੈ ਉਹ ਵੱਡਾ ਹੁੰਦਾ ਹੈ numerator ਤੋਂ, ਤਾਂ ਉਹਦਾ ਜਿਹੜਾ ਸਕੁਆਇਰ ਹੁੰਦਾ ਹੈ ਪ੍ਰੋਪਰ ਫ੍ਰੈਕਸ਼ਨ ਦਾ ਉਹ ਹਮੇਸ਼ਾ ਛੋਟਾ ਹੁੰਦਾ ਹੈ। ਇਹ ਜਿਹੜਾ ਹੈਗਾ ਇਹ ਇਹਦੇ ਤੋਂ ਛੋਟਾ ਹੈ, ਯਾਨੀ 4/9 ਛੋਟਾ ਹੈਗਾ 2/3 ਤੋਂ। ਇਹ ਗੱਲ ਯਾਦ ਰੱਖਿਓ ਆਨਸਰ ਦੇ ਵਿੱਚ। ਅੱਗੇ ਸਾਨੂੰ ਕਿਹਾ ਗਿਆ ਹੈ ਸਮ ਇੰਟਰਸਟਿੰਗ ਪੈਟਰਨ ਦੱਸੇ ਗਏ ਨੇ, ਜਿਵੇਂ ਇੱਥੇ ਇੱਕ ਤਰੀਕੇ ਦਾ ਟ੍ਰਾਇੰਗਲ ਬਣਾਇਆ ਗਿਆ ਡਾਟਸ ਦੇ ਨਾਲ। ਪਹਿਲੇ ਵਿੱਚ ਇੱਕ ਡਾਟ ਹੈ, ਅਗਲੇ ਵਿੱਚ 3, ਫਿਰ 6, ਫਿਰ 10, ਫਿਰ 15 ਤੇ ਅੱਗੇ ਕਰਦੇ ਰਹੋ। ਮੰਨ ਲਓ ਤੁਹਾਡੇ ਤੋਂ ਪੁੱਛਿਆ ਵੀ ਪੰਜਵੇਂ ਟ੍ਰਾਇੰਗਲ ਦੇ ਵਿੱਚ ਕਿੰਨੇ ਡਾਟਸ ਯੂਜ਼ ਹੋਣਗੇ। ਉਹਦਾ ਫਾਰਮੂਲਾ ਹੈਗਾ n ਮਲਟੀਪਲਾਈਡ ਬਾਈ n plus 1 ਬਟਾ 2। n ਕੀ ਹੈ ਇੱਥੇ ਪੰਜਵੇਂ ਟ੍ਰਾਇੰਗਲ ਵਿੱਚ ਪੁੱਛਿਆ ਗਿਆ, ਉਹ ਕੀ ਹੋ ਜਾਏਗਾ ਤੁਹਾਡੇ ਕੋਲ 5 ਮਲਟੀਪਲਾਈਡ ਬਾਈ 5 plus 1 ਬਟਾ 2, 5 ਮਲਟੀਪਲਾਈਡ ਬਾਈ 6 ਬਟਾ 2, ਇਹ ਕਟਿੰਗ ਹੋਗੀ, ਉਹ ਆ ਗਈ ਜੀ 15 ਡਾਟਸ ਆ ਜਾਣਗੇ ਉਹਦੇ ਵਿੱਚ। ਇਹ ਤੁਸੀਂ ਸੋਲਵ ਕਰ ਸਕਦੇ ਹੋ, ਠੀਕ ਹੈ। ਵਹੀ ਇੱਥੇ ਦੇਖ ਰਹੇ ਹੋ ਇਹ ਇੱਕ ਡਾਟ ਹੈ 1 ਦਾ ਸਕੁਆਇਰ, ਇਹ 4 ਹੈਗੇ ਨੇ ਯਾਨੀ ਇਹ 2 ਦਾ ਸਕੁਆਇਰ, ਇੱਥੇ 9 ਡਾਟ ਹੈਗੇ ਨੇ 3 ਦਾ ਸਕੁਆਇਰ, 16 ਡਾਟ ਹੈਗੇ ਨੇ 4 ਦਾ ਸਕੁਆਇਰ। ਅਗਲੇ ਵਿੱਚ ਕੀ ਆਏਗਾ 2, ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਵੀ ਕਹਿਣ ਦਾ ਮਤਲਬ ਸਕੁਆਇਰਸ ਯੂਜ਼ ਕੀਤੇ ਗਏ ਨੇ ਨੈਚੁਰਲ ਨੰਬਰਸ ਤੇ। ਹੁਣ ਇੱਕ ਬਹੁਤ ਵਧੀਆ ਤੇ ਇੰਟਰਸਟਿੰਗ ਗੱਲ ਦੱਸਣ ਲੱਗੀ ਆ। ਦੇਖੋ 1 ਦਾ ਸਕੁਆਇਰ ਕੀ ਹੁੰਦਾ ਹੈ 1, 11 ਦਾ ਸਕੁਆਇਰ ਯਾਨੀ ਇੱਕ ਵੱਧ ਗਿਆ, ਕਿੰਨੇ 1 ਹੋ ਗਏ 2 ਹੋ ਗਏ। ਤੁਸੀਂ ਕਾਊਂਟਿੰਗ ਲਿਖਣੀ ਸ਼ੁਰੂ ਕਰੋ 1 2, ਕਿਉਂਕਿ 2 ਹੈਗੇ ਨੇ 1, ਫਿਰ ਵਾਪਸ 1 ਉਲਟਾ, ਇੱਥੋਂ ਉਲਟਾ ਜਾਣਾ ਹੈ। ਹੁਣ ਜੇ 3 1 ਹੈਗੇ ਨੇ 1 2 3, ਫਿਰ ਪਿੱਛੇ ਕਾਊਂਟਿੰਗ 2 1। ਜੇ 4 1 ਹੈਗੇ ਨੇ 1 2 3 4, ਫਿਰ ਪਿੱਛੇ ਕਾਊਂਟਿੰਗ 3 2 1। ਜੇ 5 1 ਹੈਗੇ ਨੇ 1 2 3 4 5 ਤੱਕ ਪਹੁੰਚ ਜਾਓ, ਫਿਰ 4 3 2 1। ਏਦਾਂ ਕਰਕੇ ਤੁਸੀਂ ਜਿਹੜੇ ਸਕੁਆਇਰਸ ਹੈਗੇ ਨੇ ਉਹ ਕੱਢ ਸਕਦੇ ਹੋ। ਹੁਣ ਇੱਥੇ ਦੱਸਿਆ ਗਿਆ ਇੱਕ ਹੋਰ ਪੈਟਰਨ ਜਿਹਦੇ ਵਿੱਚ 7 ਦਾ ਸਕੁਆਇਰ ਕੀ ਹੁੰਦਾ 49, ਪਰ ਜੇ 7 ਦੇ ਅੱਗੇ 6 ਲੱਗ ਜਾਏ ਤਾਂ ਉਹਦੇ ਵਿੱਚ ਜਿਹੜਾ ਆਨਸਰ ਆ ਜਾਂਦਾ ਹੈ ਉਹ ਆ ਜਾਂਦਾ ਹੈ 6 ਤੋਂ ਇੱਕ ਜ਼ਿਆਦਾ 4 ਲੱਗ ਜਾਏਗਾ। ਜੇ ਇੱਕ 6 ਹੈ ਤਾਂ 2 4 ਲੱਗ ਜਾਣਗੇ, ਉਹਦੇ ਜਿੰਨੇ 8 ਲੱਗ ਜਾਣਗੇ ਤੇ 9 ਉਦਾਂ ਦਾ ਉਦਾਂ ਪਿੱਛੇ। ਜਿਵੇਂ 6 6 7 ਦਾ ਸਕੁਆਇਰ, 6 ਕਿੰਨੇ ਨੇ 2 ਹੈਗੇ ਨੇ, ਉਹਨਾਂ ਤੋਂ ਇੱਕ ਜ਼ਿਆਦਾ 4 ਆ ਜਾਏਗਾ, ਉਹਨੇ 8 ਆ ਜਾਣਗੇ, ਜਿੰਨੇ 6 ਹੈਗੇ ਨੇ ਪਿੱਛੇ 9। ਇਹ ਜੇ ਤੁਹਾਨੂੰ ਸਮਝ ਆ ਗਿਆ ਤਾਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ, ਤੇ ਮੈਨੂੰ ਆ ਵੀ ਦੱਸਿਓ 6 6 6 6 7 ਦਾ ਸਕੁਆਇਰ ਕੀ ਹੋਏਗਾ ਜੇ ਸਮਝ ਆ ਗਿਆ। ਇਹ ਕਿਵੇਂ ਲਿਖਦੇ ਆ, ਜਿੰਨੇ 6 ਹੋਣਗੇ ਉਹਦੇ ਤੋਂ ਇੱਕ ਜ਼ਿਆਦਾ 4 ਤੇ ਉਹਨੇ 8 ਤੇ ਫਿਰ ਪਿੱਛੇ ਇੱਕ ਵਾਰ 9 ਆ ਜਾਏਗਾ। ਹੁਣ ਇੱਥੇ ਹੈਗਾ ਉਹ ਵਾਲੇ ਨੰਬਰਸ ਦਾ ਸਕੁਆਇਰ ਜਿਹਦੇ ਪਿੱਛੇ 5 ਆ ਰਿਹਾ, ਉਹਦਾ ਫਾਰਮੂਲਾ ਨਾ ਇਹ ਹੈਗਾ ਵੀ ਮੰਨ ਲਓ ਕੱਲਾ 5 ਦਾ ਸਕੁਆਇਰ ਹੈ ਉਹਨੂੰ 25 ਲਿਖਦੇ ਆ। ਫਾਰਮੂਲਾ ਕੀ ਹੈ, ਕੱਲਾ 5 ਦਾ ਸਕੁਆਇਰ ਯਾਨੀ ਉਹਦੇ ਅੱਗੇ ਆਪਾਂ 0 ਲੈ ਸਕਦੇ ਹਾਂ, 0 ਲੱਗਿਆ ਹੋਇਆ ਤਾਂ ਇਹ ਹੋ ਗਿਆ 0, a ਦੀ ਥਾਂ ਤੇ 0 ਮਲਟੀਪਲਾਈਡ ਬਾਈ 0 plus 1 100 प्लस 5 ਦਾ ਸਕੁਆਇਰ। ਇਹ ਕੀ ਬਣ ਗਿਆ 0 ਦਾ 0 ਆ ਗਿਆ, ਮਲਟੀਪਲਾਈ ਕਰਨਾ ਹੈ 0 ਨੂੰ 100 ਦੇ ਨਾਲ, प्लस 5 ਦਾ ਸਕੁਆਇਰ, 0 ਨੂੰ ਕਿਸੇ ਨਾਲ ਮਲਟੀਪਲਾਈ ਕਰੋਗੇ 0 ਆ ਗਿਆ, ਬਾਕੀ 5 ਦਾ ਸਕੁਆਇਰ ਹੋ ਗਿਆ 25। ਉਵੇਂ ਹੀ ਜੇ 15 ਦਾ ਸਕੁਆਇਰ ਹੈ ਯਾਨੀ a ਦੀ ਥਾਂ ਤੇ 1 ਆ ਗਿਆ, ਇੱਥੇ ਵੀ 1 ਮਲਟੀਪਲਾਈਡ ਬਾਈ 1 plus 100 ਯਾਨੀ ਇਹ ਆ ਗਿਆ 200 प्लस 5 ਦਾ ਸਕੁਆਇਰ, 5 ਦਾ ਸਕੁਆਇਰ ਹੋ ਗਿਆ 25, 200 ਕੀ ਹੋ ਗਿਆ 200, ਐਡ ਕਰ ਦੋਗੇ ਤੁਹਾਡੇ ਕੋਲ ਇਹ ਆ ਜਾਏਗਾ। ਉਵੇਂ ਹੀ ਜੇ 2 ਲੱਗਿਆ ਹੋਇਆ ਇੱਥੇ 2 ਆ ਗਿਆ, ਇੱਥੇ 2 ਆ ਗਿਆ, ਇੱਥੇ 2 ਆ ਗਿਆ, ਸੋਲਵ ਕਰ ਲੋਗੇ ਤਾਂ ਤੁਹਾਡੇ ਕੋਲ ਆਨਸਰ ਆ ਜਾਏਗਾ ਇਹ ਫਾਰਮੂਲੇ ਨਾਲ। ਜੇ ਪਿੱਛੇ 5 ਲੱਗਿਆ ਹੋਇਆ ਇਹ ਵਾਲਾ ਫਾਰਮੂਲਾ ਯੂਜ਼ ਕਰ ਲਓ ਤੇ ਤੁਹਾਡੇ ਕੋਲ ਆਨਸਰ ਆ ਜਾਏਗਾ। ਉਵੇਂ ਹੀ 1 ਦਾ ਸਕੁਆਇਰ प्लस 2 ਦਾ ਸਕੁਆਇਰ प्लस 2 ਦਾ ਸਕੁਆਇਰ ਇਹ ਹੋ ਗਿਆ 3 ਦਾ ਸਕੁਆਇਰ ਦੇ ਬਰਾਬਰ ਹੁੰਦਾ ਹੈ। ਉਵੇਂ ਹੀ 2 ਦਾ ਸਕੁਆਇਰ प्लस 3 ਦਾ ਸਕੁਆਇਰ प्लस 6 ਦਾ ਸਕੁਆਇਰ ਇਹ 7 ਦੇ ਸਕੁਆਇਰ ਦੇ ਬਰਾਬਰ ਹੁੰਦਾ ਹੈ।
कहने का मतलब जे पैटर्न इदा का बन रहा है ए का स्क्वायर A1 ले लो प्लस A+1 वो की हो गया 2 प्लस A मल्टीप्लाइड बाय A+1 यानी 1 मल्टीप्लाइड बाय 1+1 ए हो गया जी साडे कोल 1 मल्टीप्लाइड बाय 2 2 ਇਹਦਾ ਆਪਾਂ ਫਾਰਮੂਲਾ ਇਹ ਬਣਾ ਸਕਦੇ ਹਾਂ a ਮਲਟੀਪਲਾਈਡ ਬਾਈ a plus 1 ਦਾ ਸਕੁਆਇਰ ਆਨਸਰ ਆ ਜਾਏਗਾ। ਇਹ ਪੈਟਰਨ ਯਾਦ ਰੱਖਿਓ, ਤੁਸੀਂ ਆਪਣੇ ਆਪ ਇਹ ਕੱਢ ਸਕਦੇ ਹੋ। ਫਾਰਮੂਲਾ ਯਾਦ ਕਰਨਾ ਬਹੁਤ ਜ਼ਰੂਰੀ ਹੈ। ਜਿਵੇਂ ਇੱਥੇ a ਇਸ ਕੁਐਸਚਨ ਦੇ ਵਿੱਚ a ਕੀ ਹੈ, ਪਹਿਲਾ ਜਿਹੜਾ ਡਿਜਿਟ ਹੈ ਉਹ ਹੈਗਾ 2 2 ਦਾ ਸਕੁਆਇਰ ਪਲਸ a plus 1 ਕੀ ਹੈਗਾ 3 3 ਦਾ ਸਕੁਆਇਰ ਪਲਸ a ਕੀ ਹੈਗਾ 2 मल्टीप्लाइड बाय 2 प्लस 1 यानी 2 मल्टीप्लाइड बाय 3 6 ਦਾ ਸਕੁਆਇਰ ਉਹਨੂੰ ਆਪਾਂ ਕਿਵੇਂ ਕੱਢ ਸਕਦੇ ਹਾਂ a ਮਲਟੀਪਲਾਈਡ ਬਾय a plus 1 plus 1 ਦਾ ਸਕੁਆਇਰ a ਕੀ ਹੈਗਾ 2 ਮਲਟੀਪਲਾਈਡ ਬਾय 2 plus 1 3 plus 1 6 plus 1 7 ਦਾ ਸਕੁਆਇਰ ਕਰਕੇ ਆਪਾਂ ਇਹਨੂੰ ਲਿਖ ਸਕਦੇ ਹਾਂ। ਇੱਥੇ ਤੱਕ ਪਹੁੰਚਣਾ ਕਿਵੇਂ ਹੈ ਉਹਦੇ ਲਈ ਇਹ ਫਾਰਮੂਲਾ ਲੱਗੂਗਾ। ਹੁਣ ਇਹਨਾਂ ਨੇ ਕਿਹਾ ਵੀ 21 ਦਾ ਸਕੁਆਇਰ ਲਿਖਣਾ ਹੈਗਾ ਸਮ ਆਫ ਸਕੁਆਇਰਸ ਆਫ 3 ਨੰਬਰਾਂ ਦੇ ਸਕੁਆਇਰ ਦੇ ਬਰਾਬਰ ਲਿਖਣਾ। ਹੁਣ ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਇਹ ਵਾਲਾ ਪੈਟਰਨ ਯੂਜ਼ ਹੋ ਰਿਹਾ, ਠੀਕ ਹੈ। 21 ਦਿੱਤਾ ਹੋਇਆ 21 ਦਾ ਸਕੁਆਇਰ ਲਿਖਣਾ ਹੈ 3 ਨੰਬਰਾਂ ਦੇ ਸਕੁਆਇਰ ਦੇ ਬਰਾਬਰ। ਉਹ ਆਪਾਂ ਕਿਵੇਂ ਕੱਢ ਸਕਦੇ ਹਾਂ, ਦੇਖੋ ਜੇ ਇੱਥੇ ਵੀ ਤੁਸੀਂ ਧਿਆਨ ਦਿੱਤਾ ਹੈ ਤਾਂ 3 ਤੋਂ ਇੱਕ ਨੰਬਰ ਛੋਟਾ ਯੂਜ਼ ਹੋਇਆ, ਇੱਥੇ 2 7 ਤੋਂ ਇੱਕ ਛੋਟਾ 13 ਤੋਂ ਇੱਕ ਛੋਟਾ ਇਹੀ ਆ ਰਿਹਾ। ਉਵੇਂ ਹੀ 21 ਤੋਂ ਇੱਕ ਛੋਟਾ ਕੀ ਹੋ ਜਾਏਗਾ 20 ਦਾ ਸਕੁਆਇਰ ਇੱਕ ਨੰਬਰ ਹੋ ਗਿਆ। ਬਾਕੀ ਜਿਹੜੇ ਦੋਨੋਂ ਹੈਗੇ ਨੇ 12 ਕਿਵੇਂ ਬਣਦਾ 3 ਤੇ 4 ਦਾ ਸਕੁਆਇਰ, ਜੇ ਇੱਕ 20 ਦਾ ਸਕੁਆਇਰ ਹੈ ਤੇ 20 ਕਿਵੇਂ ਬਣਦਾ 4 ਤੇ 5 ਨੂੰ ਮਲਟੀਪਲਾਈ ਕਰਕੇ ਪਲੱਸ 4 ਦਾ ਸਕੁਆਇਰ ਪਲੱਸ 5 ਦਾ ਸਕੁਆਇਰ। 2 ਕਿਵੇਂ ਬਣਦਾ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ, ਉਹੀ ਮੈਂ ਇੱਥੇ ਲਿਖਿਆ। 6 ਕਿਵੇਂ ਬਣਦਾ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਕੇ, ਚਲੋ ਦੁਬਾਰਾ ਸਮਝਾ ਦਿੰਨੀ ਆ। 1 ਦਾ ਸਕੁਆਇਰ ਪਲੱਸ 2 ਦਾ ਸਕੁਆਇਰ ਪਲੱਸ 2 ਦਾ ਸਕੁਆਇਰ ਇਕੁਅਲ ਟੂ 10 ਦਾ ਸਕੁਆਇਰ। ਮੰਨ ਲਓ ਮੈਨੂੰ ਕਿਹਾ 3 ਦਾ ਸਕੁਆਇਰ ਕੱਢਣਾ ਹੈ 3 ਡਿਜਿਟਸ ਦੇ ਵਿੱਚ, ਮਤਲਬ 3 ਨੰਬਰਾਂ ਦਾ ਸਕੁਆਇਰ ਕੱਢ ਕੇ। ਪਹਿਲਾਂ ਤੁਸੀਂ ਲਿਖੋਗੇ ਇਹ ਤੋਂ ਛੋਟਾ ਨੰਬਰ, ਉਹ ਹੈਗਾ 2। ਹੁਣ 2 ਸਾਨੂੰ ਕਿਵੇਂ ਮਿਲਦਾ ਹੈ 2 ਮਲਟੀਪਲਾਈਡ ਬਾਈ 1 ਤੇ ਇੱਕ ਨੰਬਰ ਹੋ ਗਿਆ ਦੂਜਾ ਵੀ 2 ਤੇ ਇੱਕ ਹੋ ਗਿਆ 1 ਦਾ ਸਕੁਆਇਰ। ਉਵੇਂ ਹੀ ਜੇ ਕਿਹਾ 7 ਦਾ ਸਕੁਆਇਰ ਲਿਖੋ, ਉਹ ਆਪਾਂ ਕਿਵੇਂ ਕਰਾਂਗੇ 7 ਤੋਂ ਇੱਕ ਨੰਬਰ ਛੋਟਾ 6 ਦਾ ਸਕੁਆਇਰ ਪਲੱਸ 6 ਕਿਵੇਂ ਮਿਲਦਾ 2 ਮਲਟੀਪਲਾਈਡ ਬਾਈ 3 ਤੇ ਇੱਕ ਨੰਬਰ ਹੋ ਗਿਆ 2 ਦਾ ਸਕੁਆਇਰ ਤੇ ਇੱਕ ਹੋ ਗਿਆ 3 ਦਾ ਸਕੁਆਇਰ। ਉਵੇਂ ਹੀ 21 ਦਾ ਸਕੁਆਇਰ ਉਹ ਤੋਂ ਇੱਕ ਨੰਬਰ ਛੋਟਾ 20 ਉਹਦਾ ਸਕੁਆਇਰ ਤੇ 20 ਕਿਵੇਂ ਮਿਲਦਾ 4 ਮਲਟੀਪਲਾਈਡ ਬਾਈ 5 ਤੇ 20 ਦਾ ਸਕੁਆਇਰ ਪਲੱਸ 4 ਦਾ ਸਕੁਆਇਰ ਪਲੱਸ 5 ਦਾ ਸਕੁਆਇਰ। ਸਮਝ ਆ ਗਿਆ ਕਿਵੇਂ ਚੱਲਦਾ ਇਹ। ਹੁਣ ਪਾਈਥਾਗੋਰੀਅਨ ਟ੍ਰਿਪਲੇਟਸ यानी कि 2 ਨੰਬਰਾਂ ਨੂੰ ਐਡ ਕਰੀਏ ਜਦ ਸਕੁਆਇਰ ਕਰਕੇ ਤਾਂ ਤੀਜੇ ਦਾ ਸਕੁਆਇਰ ਮਿਲ ਉਹਦਾ ਤੀਜਾ ਨੰਬਰ ਜਿਹੜਾ ਹੈਗਾ ਉਹਦਾ ਸਕੁਆਇਰ ਦੇ ਬਰਾਬਰ ਹੁੰਦਾ। ਜਿਵੇਂ 6 8 ਤੇ 10 ਇਹ ਤਿੰਨ ਸਾਈਡਸ ਹੈਗੀਆਂ ਨੇ, 6 ਦਾ ਸਕੁਆਇਰ ਕਰੋਗੇ 8 ਦਾ ਸਕੁਆਇਰ ਕਰੋਗੇ ਉਹ 10 ਦੇ ਸਕੁਆਇਰ ਦੇ ਬਰਾਬਰ ਆਏਗਾ। ਉਵੇਂ ਹੀ ਜੇ 5 ਦਾ ਸਕੁਆਇਰ ਕਰੋਗੇ 12 ਦਾ ਸਕੁਆਇਰ ਕਰੋਗੇ ਉਹ 13 ਦੇ ਸਕੁਆਇਰ ਦੇ ਬਰਾਬਰ ਹੀ ਆਏਗਾ। ਇਹ ਟ੍ਰਿਪਲੇਟਸ ਹੈਗੇ ਨੇ, ਇਹ ਤੁਸੀਂ ਯਾਦ ਕਰ ਸਕਦੇ ਹੋ, ਕੋਈ ਪ੍ਰੋਬਲਮ ਨਹੀਂ ਹੈ ਇਹਦੇ ਵਿੱਚ, ਠੀਕ ਹੈ। ਹੁਣ ਆਪਾਂ ਇਹ ਵਾਲਾ ਟਰਾਈ ਕਰਕੇ ਦੇਖਦੇ ਹਾਂ। ਰਾਈਟ ਦ ਪਾਈਥਾਗੋਰੀਅਨ ਟ੍ਰਿਪਲੇਟ ਵਿਦ 6 ਐਜ਼ one of the number of the triplet, यानी ट्रिपलेट ਦੇ ਵਿੱਚ ਇੱਕ ਨੰਬਰ ਜਿਹੜਾ ਹੈਗਾ ਉਹ ਹੈਗਾ ਜੀ ਸਾਡੇ ਕੋਲ 6। ਇਹ ਫਾਰਮੂਲਾ ਹੈਗਾ। ਜੇ ਇੱਕ ਨੰਬਰ 6 ਦਿੱਤਾ ਹੋਇਆ ਤਾਂ ਇਹ ਵਾਲਾ ਨੰਬਰ ਲੈ ਲਈਏ 2n = 6 ਦਿੱਤਾ ਹੋਇਆ, n ਦੀ ਵੈਲਿਊ ਆ ਗਈ ਜੀ 3 ਆ ਗਿਆ। ਹੁਣ ਆਪਾਂ ਬਾਕੀ ਸਾਰੇ ਨੰਬਰ ਕੱਢ ਸਕਦੇ ਹਾਂ। ਇਹ ਹੈਗਾ ਦੂਜਾ ਨੰਬਰ n² - 1 9 - 1 8 ਤੇ n² + 1 ਵੀ ਇੱਕ ਨੰਬਰ ਹੈਗਾ 3 ਦਾ ਸਕੁਆਇਰ + 1 9 + 1 10। ਯਾਨੀ ਕਿਹੜੇ ਕਿਹੜੇ ਨੰਬਰ ਆ ਗਏ ਸਾਡੇ ਕੋਲ, ਇੱਕ ਸੀਗਾ 6 ਬਾਕੀ ਆਪਾਂ ਕੱਢ ਲਏ 8 ਤੇ 10। ਇਹ ਗੱਲ ਯਾਦ ਰੱਖਿਓ, ਠੀਕ ਹੈ। ਉਵੇਂ ਹੀ ਪਾਈਥਾਗੋਰੀਅਨ ਟ੍ਰਿਪਲੇਟ ਕੱਢਣਾ ਜੇ ਇੱਕ ਨੰਬਰ ਹੈਗਾ 15 ਤਾਂ ਆਪਾਂ ਇਹ ਕਰ ਦਈਏ 2n ਕਿਹਦੇ ਬਰਾਬਰ ਹੈ 15 ਦੇ, ਤਾਂ n ਦੀ ਵੈਲਿਊ ਆ ਗਈ 15/2। ਇਹ ਜਿਹੜਾ ਹੈਗਾ ਨੈਚੁਰਲ ਨੰਬਰ ਨਹੀਂ ਹੈ, ਯਾਨੀ ਗੜਬੜ ਹੈਗੀ ਹੈ ਤੇ ਆਪਾਂ ਨਹੀਂ ਲੈ ਸਕਦੇ 2n ਨੂੰ 15 ਦੇ ਬਰਾਬਰ। ਹੋ ਸਕਦਾ ਇਹ ਵਾਲਾ ਨੰਬਰ ਜਿਹੜਾ ਹੈ 15 ਦੇ ਬਰਾਬਰ ਹੋਏ,
यानी n स्क्वायर माइनस 1 15 के बराबर होए, n स्क्वायर इज इक्वल टू 15 प्लस 1, n स्क्वायर इज इक्वल टू 16। n की वैल्यू की आ गई 4। हुण बाकी सारे कट सकते हैं, n आ गया 4, इत्थे 4 वैल्यू पुट कर दो, 2 मल्टीप्लाइड बाय 4 एक नंबर आ जाएगा 8। एक हैगा साडे कोल 15, ए सीगा 15 ते दूजा किवें कड्डांगे, n स्क्वायर प्लस 1 करके वो साडे कोल आ जाएगा जी n दा स्क्वायर हो गया 4 प्लस 1, 16 प्लस 1, ए आ गए ट्रिपलेट्स। जिन्नी प्रैक्टिस करोगे उन्ना वधिया तरीके नाल तुसी याद कर सकते हो। ठीक है, चलो हुण आपां ट्राई करके देखते हैं भी की साडे तो ये एक्सरसाइज जिहड़ी हैगी है ये सॉल्व होएगी या नहीं। हुण तक असी सारे जिहड़े रूल सी वो समझ लए ने, हुण सिर्फ एक्सरसाइज ट्राई करन दी सानू लोड़ हैगी है ताकि जब क्वेश्चन आए तो असी सॉल्व कर सकिए। इत्थे कि है फाइंड द स्क्वायर ऑफ द फॉलोइंग नंबर्स, यानी इन्हां दे आपां स्क्वायर करना है, इन्हां नू 2 बार मल्टीप्लाई करना है नंबर्स नू। शुरू करते हैं। सब तो पहला हैगा जी 19 दा स्क्वायर, टेबल याद कीता सी 19 मल्टीप्लाइड बाय 19 वो आ जाता है जी 361। ਇਹਦੇ ਲਈ ਉਹ ਟੇਬਲ ਜਿਹੜਾ ਬਣਿਆ ਹੋਇਆ याद करना बहुत जरूरी है, जब तुसी मल्टीप्लाई करोगे आ जाएगा। उवे ही 41 दा स्क्वायर एवें करके लिखांगे, 41 मल्टीप्लाइड बाय 41 वो आ गया 1681। माइनस 11 दा स्क्वायर, माइनस इत्थे लिखांगे माइनस 11 दा स्क्वायर, ये बराबर नहीं है, मैं इत्थे गलती नाल बराबर लिखता, ये बराबर नहीं है। माइनस 11 दा स्क्वायर हो गया माइनस 11 मल्टीप्लाइड बाय माइनस 11। जे दो माइनस है ने, माइनस माइनस की बराबर हो जाएगा प्लस से, ए आ गया 121 प्लस दा। ठीक है, मैं दसिया भी सी जे 2 11 है ने, मतलब 2 1 1 है ने, तो टेबल किवें चलदा है 1 तो लेके 2 तक, फिर पिछे काउंटिंग कर दो, दसिया सी ना। उवे ही 3/7 दा स्क्वायर, ए बराबर हो गया 3/7 मल्टीप्लाइड बाय 3/7, उत्ते वालियां नू उत्ते वाले नाल, थल्ले वालियां नू थल्ले वाले नाल मल्टीप्लाई कीता, ए आ गया। पंजवां हैगा जे तुसी टर्म देखो एक मिक्स्ड फ्रैक्शन दे विच, इहनू सॉल्व किवें करांगे, 3 नू 1 नाल मल्टीप्लाई कीता, 3 ਉਹਦੇ ਵਿੱਚ 2 ऐड कर दो, थल्ले वाला इदां दा इदां, ए आ गया जी 5/2, 5/3 सॉरी 2 नहीं 3, ਇਹਦਾ स्क्वायर की होएगा 5/3 मल्टीप्लाइड बाय 5/3, उत्ते वाले नू उत्ते वाले नाल 25, थल्ले वाले नू थल्ले वाले नाल, ए आ गया जी 25/9। उवें ही अगला पार्ट 1.7 दा स्क्वायर, चलो ट्राई करते हैं। 1.7 दा स्क्वायर, इनू तुसी सिंपल पहला 17 मल्टीप्लाइड बाय 17 कर लो, जब दोनों नू मल्टीप्लाई करोगे आ जाएगा इदा करके लिख लो 289। हुण तुसी देखो किन्ने डिजिट्स हैगे ने जिन्हां बाद, जिन्हां तो पहला डेसिमल हैगा, या डेसिमल तो बाद किन्ने नंबर ने, 1 2, इत्थों भी 2 छड़ दो, 1 2 इत्थे आ जाएगा थोड़ा डेसिमल। उवें ही 7वां पार्ट 0.02, 0.02 देखो ਇਹਦਾ स्क्वायर करना है, ਇਹਨੂੰ मैं लिखदा इदा करके 0.02 ਨੂੰ ਮਲਟੀਪਲਾਈ करना है 0.02 ਦੇ ਨਾਲ। ਹੁਣ ਸਾਰੇ 0 ਨੇ, ठीक है, ਇਹਨੂੰ जब तुसी मल्टीप्लाई करोगे 2 ਦਾ स्क्वायर ਤੁਹਾਨੂੰ पता 4 हो गया, पर डेसिमल तो बाद किन्ने डिजिट ने, 1 2 3 4, ਇੱਥੇ भी 4 ਛੱਡਨੇ ਪੈਣੇ ਨੇ, 1 फिर 0 ला लो 2 3 4, ਇੱਥੇ आ जाएगा पॉइंट। जिन्ने डेसिमल तो बाद डिजिट ने उन्ने अगे ਇਹਦੇ 0 ला दो ताकि तुसी इजीली आंसर कढ सको। ठीक है, अगे चलते हैं। ਇਹਦੇ ਵਿੱਚ ਹੈਗਾ 8th 0.014 ਦਾ स्क्वायर, ਇਹਨੂੰ ਆਪਾਂ ਲਿਖ ਸਕਦੇ ਹਾਂ 0.014 मल्टीप्लाइड बाय 0.014। बेसिकली किहदा स्क्वायर करना है, 14 ਦਾ स्क्वायर करना है ना। जे टेबल ਤੁਹਾਨੂੰ याद है ਹੁੰਦਾ 196, ਇੱਥੇ ਲਿਖਤਾ 196। ਹੁਣ ਆਪਾਂ डेसिमल लाना, डेसिमल तो बाद उत्ते क्वेश्चन विच किन्ने डिजिट ने, 1 2 3 4 5 6, दोनों दे काउंट करांगे ना, 3 हैगे ने, 3 0 ला दो, फिर डेसिमल ला दो, ए आ गया जी साडे कोल आंसर। समझ आ गया किवें लाने डेसिमल। अगे चलते हैं
Second question, the following numbers are not perfect squares. Give reasons. ये ਜਿਹੜੇ ਨੰਬਰ ਹੈਗੇ ਨੇ perfect square ਨਹੀਂ ਹੈਗੇ ਨੇ, ਇਹਦਾ ਤੁਸੀਂ ਕਾਰਨ ਦੱਸਣਾ ਵੀ ਕੀ ਕਾਰਨ ਹੈਗਾ ਵੀ ਇਹ perfect square ਨਹੀਂ ਹੈਗੇ ਨੇ। ਸਾਨੂੰ ਪਤਾ ਹੈ ਜੇ ਕਿਸੇ ਨੰਬਰ ਪਿੱਛੇ 2 3 7 8 ਲੱਗ ਜਾਂਦਾ ਹੈ ਤਾਂ ਉਹ perfect square ਤਾਂ ਵੈਸੇ ਹੀ ਨਹੀਂ ਬਣਦੇ। ਤੇ ਦੂਜੀ ਗੱਲ, ਜੇ ਜ਼ੀਰੋਜ਼ ਹੈਗੇ ਨੇ ਜੇ ਕਿਸੇ ਨੰਬਰ ਪਿੱਛੇ ਤੇ ਔਡ ਨੰਬਰ ਆਫ ਜ਼ੀਰੋਜ਼ ਨੇ, ਯਾਨੀ 1 3 5 7 ਜ਼ੀਰੋ ਨੇ, ਤਾਂ ਉਹ ਵੀ ਪਰਫੈਕਟ ਸਕੁਅਰ ਨਹੀਂ ਹੈਗਾ, ਹੈ ਨਾ। ਤਾਂ ਇਹ ਦੇਖੋ, ਇਹਦੇ ਪਿੱਛੇ 7 ਹੈਗਾ ਇਹ ਵਾਲਾ, ਇਹਦੇ ਪਿੱਛੇ 8 ਹੈਗਾ, 8 ਹੈਗਾ, 3 ਹੈਗਾ ਜਾਂ 2 ਹੈਗਾ, ਤੇ ਇੱਥੇ ਵੀ 7 ਹੈਗਾ। ਬਾਕੀ ਜਿਹੜੇ ਜ਼ੀਰੋਜ਼ ਹੈਗੇ ਨੇ ਇੱਥੇ 3 ਜ਼ੀਰੋ ਹੈਗੇ ਨੇ ਪਿੱਛੇ, ਪਰਫੈਕਟ ਸਕੁਅਰ ਨਹੀਂ ਹੋ ਸਕਦਾ। ਈਵਨ ਨੰਬਰ ਆਫ ਜ਼ੀਰੋਜ਼ ਚਾਹੀਦੇ ਨੇ, ਇੱਥੇ ਵੀ 3 ਹੈਗੇ ਨੇ, ਇੱਥੇ ਵੀ 3, ਇੱਥੇ ਕਿੰਨੇ ਨੇ 1 2 3 4 5। ਹੁਣ ਕਾਰਨ ਇੱਕੋ ਹੈਗਾ, ਲਿਖਣਾ ਕਿਵੇਂ ਉਹ ਸਮਝਦੇ ਹਾਂ। ਜਿਵੇਂ ਪਹਿਲਾ ਹੈਗਾ 177 ਤੇ ਆਪਾਂ ਲਿਖਾਂਗੇ ਨੰਬਰਸ ਐਂਡਿੰਗ ਵਿਦ, ਜਿਹੜੇ ਨੰਬਰਾਂ ਦੇ ਪਿੱਛੇ 2 3 7 ਜਾਂ 8 ਆਂਦਾ ਹੈ, ਕੈਨ ਨੈਵਰ ਬੀ, ਉਹ ਕਦੇ ਵੀ ਪਰਫੈਕਟ ਸਕੁਅਰਸ ਨਹੀਂ ਹੋ ਸਕਦੇ, ਠੀਕ ਹੈ। ਤੇ ਇੱਥੇ 177 ਦੇ ਵਿੱਚ, ਠੀਕ ਹੈ, ਆਪਾਂ ਇਹ ਲਿਖ ਸਕਦੇ ਹਾਂ 7 is at 1's place, 7 ਹੈਗਾ 1's ਦੀ ਪਲੇਸ ਤੇ, therefore ਆਪਾਂ ਲਿਖਾਂਗੇ ਕਿਉਂਕਿ ਇਹਦੇ ਅਖੀਰ ਦੇ ਵਿੱਚ, ਜਾਂ ਤੁਸੀਂ ਲਿਖ ਸਕਦੇ ਹੋ ਇਹਦੀ 1's ਦੀ ਪਲੇਸ ਤੇ 7 ਹੈਗਾ, is not a perfect square। ਇਹ ਗੱਲ ਸਮਝ ਆ ਗਈ। ਉਵੇਂ ਹੀ ਇਹਦਾ 1058 ਉਹੀ ਕਾਰਨ ਲਿਖਣਾ ਹੈ, ਨੰਬਰਸ ਐਂਡਿੰਗ ਵਿਦ a can never be perfect square। ਤੇ ਇਹਦੇ ਵਿੱਚ 8 ਜਿਹੜਾ ਹੈਗਾ 8 is at 1's place, ਤੇ ਆਪਾਂ ਲਿਖ ਸਕਦੇ ਹਾਂ 1058 is not a perfect square, perfect square ਨਹੀਂ ਹੋ ਸਕਦਾ। ਉਵੇਂ ਹੀ ਤੀਜਾ ਪਾਰਟ ਜਿਹੜਾ ਹੈ, ਇਸ ਨੰਬਰ ਦੀ ਥਾਂ ਦਿੱਤਾ ਗਿਆ 7928, ਫਿਰ ਪਿੱਛੇ 8 ਹੈਗਾ, 8 ਹੈਗਾ 1's ਦੀ ਪਲੇਸ ਤੇ, ਕਾਰਨ ਉਹੀ ਆ, ਤੇ ਆਪਾਂ ਲਿਖ ਸਕਦੇ ਹਾਂ 7928 ਜਿਹੜਾ ਪਰਫੈਕਟ ਸਕੁਅਰ ਨਹੀਂ ਹੈਗਾ, ਕਾਰਨ ਉਹੀ ਹੈ। ਉਵੇਂ ਹੀ ਚੌਥਾ ਪਾਰਟ 23453 ਨੰਬਰ ਹੈਗਾ, ਆਪਾਂ ਫਿਰ ਉਹੀ ਕਾਰਨ ਲਿਖਿਆ, ਨੰਬਰਸ ਐਂਡਿੰਗ ਵਿਦ 2 3 7 8 ਕੈਨ ਨੈਵਰ ਬੀ ਪਰਫੈਕਟ ਸਕੁਅਰ। ਤੇ ਇਸ ਦੇ ਵਿੱਚ 3 ਜਿਹੜਾ ਹੈਗਾ is at 1's place, ਇਸੇ ਕਰਕੇ 23453 ਪਰਫੈਕਟ ਸਕੁਅਰ ਨਹੀਂ ਹੈਗਾ। ਅਗਲਾ ਜਿਹੜਾ ਪੰਜਵਾਂ ਪਾਰਟ ਹੈ ਉੱਥੇ ਦਿੱਤਾ ਗਿਆ 42222, ਤੇ ਆਪਾਂ ਲਿਖ ਸਕਦੇ ਹਾਂ ਇਹਦੇ ਅਖੀਰ ਦੇ ਵਿੱਚ 2 ਹੈਗਾ, 2 ਜਿਹੜਾ ਹੈ 1's place ਤੇ ਹੈਗਾ, ਇਸੇ ਕਰਕੇ 42222 ਪਰਫੈਕਟ ਸਕੁਅਰ ਨਹੀਂ ਹੈਗਾ। ਹੁਣ ਅੱਗੇ ਚੱਲਦੇ ਹਾਂ, ਇੱਥੇ ਜਿੱਥੇ 0 ਹੈਗਾ ਉੱਥੇ ਕੀ ਲਿਖਣਾ ਹੈ। ਉਹਦੇ ਵਿੱਚ ਆਪਾਂ ਲਿਖਾਂਗੇ ਜਿਹੜਾ ਨੰਬਰ ਹੈਗਾ ਉਹ ਹੈਗਾ 64000, ਇਹ ਨੰਬਰ ਹੈਗਾ, ਠੀਕ ਹੈ। ਤੇ ਇਹਦੇ ਵਿੱਚ ਆਪਾਂ ਲਿਖਾਂਗੇ ਨੰਬਰ ਆਫ ਜ਼ੀਰੋਜ਼ ਮਸਟ ਬੀ ਈਵਨ ਇਨ ਅ ਪਰਫੈਕਟ ਸਕੁਅਰ। ਪਰਫੈਕਟ ਸਕੁਅਰ ਦੇ ਵਿੱਚ ਜਿਹੜੇ ਜ਼ੀਰੋਜ਼ ਹੈਗੇ ਨੇ ਉਹ ਈਵਨ ਹੋਣੇ ਚਾਹੀਦੇ ਨੇ। ਤੇ ਇਹਦੇ ਵਿੱਚ ਇਨ 64000 number of zeros is equal to 3, odd ਹੈਗਾ ਉਹ ਨੰਬਰ, 3 ਕੀ ਹੈਗਾ ਬ੍ਰੈਕਟਸ ਲਿਖ ਸਕਦੇ ਆ, odd ਨੰਬਰ ਇਹੀ ਹੈਗਾ ਨਾ odd ਨੰਬਰ ਇਹਦੇ ਵਿੱਚ, ਤੇ ਇਸੇ ਕਰਕੇ ਆਪਾਂ ਲਿਖਾਂਗੇ ਵੀ ਇਹ ਜਿਹੜਾ ਨੰਬਰ ਹੈਗਾ 64000 is not a perfect square, ਉਹ ਇੱਕ ਪਰਫੈਕਟ ਸਕੁਅਰ ਨਹੀਂ ਹੈਗਾ। ਉਵੇਂ ਹੀ ਇਹਦੀ ਥਾਂ ਤੇ ਤੁਸੀਂ ਇਹ ਨੰਬਰ ਵੀ ਲਿਖ ਸਕਦੇ ਹੋ 222000, 222000। ਕਾਰਨ ਇਹੀ ਲਿਖਣਾ, ਨੰਬਰ ਆਫ ਜ਼ੀਰੋਜ਼ ਮਸਟ ਬੀ ਈਵਨ ਇਨ ਅ ਪਰਫੈਕਟ ਸਕੁਅਰ, ਤੇ ਇਹਦੇ ਵਿੱਚ ਔਡ ਹੈਗੇ ਨੇ ਤੇ ਆਪਾਂ ਲਿਖ ਦਾਂਗੇ ਇਹ ਨੰਬਰ ਪਰਫੈਕਟ ਸਕੁਅਰ ਨਹੀਂ ਹੈਗਾ। ਉਵੇਂ ਹੀ ਨੰਬਰ ਹੈਗਾ 42977, ਪਿੱਛੇ 7 ਆ ਰਿਹਾ, ਉੱਤੇ ਚੱਲਦੇ ਆ, ਇਹ ਵਾਲਾ ਨੰਬਰ ਇੱਥੇ ਆ ਜਾਏਗਾ 42977, ਪਿੱਛੇ 7 ਜਿਹੜਾ ਹੈਗਾ 1's place ਤੇ ਹੈਗਾ, ਇਸੇ ਕਰਕੇ 42977 ਪਰਫੈਕਟ ਸਕੁਅਰ ਨਹੀਂ ਹੈਗਾ। ਕਾਰਨ ਇਹ ਵਾਲਾ ਦੇਣਾ ਹੈ, ਨੰਬਰ ਜਿਹੜੇ ਇਹਦਾ ਨਾਲ ਐਂਡ ਕਰਦੇ ਹੋ ਪਰਫੈਕਟ ਸਕੁਅਰ ਨਹੀਂ ਹੁੰਦੇ। ਅਗਲਾ ਜਿਹੜਾ ਪਾਰਟ ਹੈਗਾ ਉਹਦੇ ਵਿੱਚ ਦਿੱਤਾ ਗਿਆ 5000,
ਨੰਬਰ ਆਫ ਜ਼ੀਰੋਸ ਕਿੰਨੇ ਹੋਣੇ ਚਾਹੀਦੇ ਨੇ? ਈਵਨ ਹੋਣੇ ਚਾਹੀਦੇ ਨੇ। ਇੱਥੇ ਵਿੱਚ 5000 ਦੇ ਵਿੱਚ ਨੰਬਰ ਆਫ ਜ਼ੀਰੋਸ ਕਿੰਨੇ ਨੇ? 3। 3 ਕੀ ਹੈਗਾ? ਔਡ ਨੰਬਰ, ਤੇ ਆਪਾਂ ਕਹਿ ਸਕਦੇ ਆ 5000 ਜਿਹੜਾ ਪਰਫੈਕਟ ਸਕੁਆਇਰ ਨਹੀਂ ਹੈਗਾ, ਇਹੀ ਆਏਗਾ। ਉਵੇਂ ਹੀ ਇਹਦਾ ਆਖਰੀ ਪਾਰਟ, ਉਹਦੇ ਵਿੱਚ 1 ਦੇ ਪਿੱਛੇ ਸਾਨੂੰ 5 ਜ਼ੀਰੋ ਦਿੱਤੇ ਹੋਏ ਨੇ, 1 2 3 4 5, ਇਹਦੇ ਵਿੱਚ 5 ਜ਼ੀਰੋ ਦਿੱਤੇ ਗਏ ਨੇ, 5 ਔਡ ਨੰਬਰ ਹੈ, ਤੇ ਆਪਾਂ ਕਹਿ ਸਕਦੇ ਹਾਂ ਇਹ ਜੀ ਸਾਡੇ ਕੋਲ ਪਰਫੈਕਟ ਸਕੁਆਇਰ ਨਹੀਂ ਹੋ ਸਕਦਾ। ਅੱਗੇ ਚਲਿਏ, ਤੀਜਾ ਕੁਐਸਚਨ ਦਿੱਤਾ ਗਿਆ, what will be the number of zeros in the square of the following number? ਇਹਦੇ ਵਿੱਚ ਕਿੰਨੇ ਜ਼ੀਰੋਜ਼ ਆਣਗੇ ਇਹਨਾਂ ਦੇ ਸਕੁਆਇਰ ਦੇ ਵਿੱਚ? ਦੁੱਗਣੇ ਹੋ ਜਾਣਗੇ ਜ਼ੀਰੋਜ਼, ਠੀਕ ਹੈ, ਤੇ ਆਪਾਂ ਲਿਖ ਦਿੰਦੇ ਆ ਇਹਦੇ ਵਿੱਚ ਕਿੰਨੇ ਜ਼ੀਰੋਜ਼ ਆ ਜਾਣਗੇ? 2 ਜ਼ੀਰੋਜ਼। ਇਹਦੇ ਵਿੱਚ 2, ਕਿਉਂਕਿ 1 ਸੀ, ਇਹਦੇ ਵਿੱਚ 2 ਸੀ, ਤਾਂ ਨੰਬਰ ਆਫ ਜ਼ੀਰੋਜ਼ ਕਿੰਨੇ ਹੋ ਜਾਣਗੇ? 4। ਇੱਥੇ ਇਦਾਂ ਲਿਖਨੇ ਜ਼ੀਰੋਜ਼। ਇਹਦੇ ਵਿੱਚ 3 ਸੀ, ਦੁੱਗਣੇ 3, ਤੇ 3 ਨੂੰ 2 ਨਾਲ ਮਲਟੀਪਲਾਈ ਕਰਨਾ बेसिकली, ठीक है, या 3 + 3 कर दो, ये हो गया जी 6 zeros। ਇਹਦੇ ਵਿੱਚ 1 2 3 4 ਹੈਗੇ ਨੇ, 4 ਨੂੰ 2 ਨਾਲ ਮਲਟੀਪਲਾਈ ਕੀਤਾ 8 ਜ਼ੀਰੋਜ਼ ਆ ਜਾਣਗੇ। ਇੱਥੇ 2 ਹੈਗੇ ਨੇ, 2 ਨੂੰ 2 ਨਾਲ ਮਲਟੀਪਲਾਈ ਕੀਤਾ 4 ਜ਼ੀਰੋਜ਼ ਆਨਸਰ ਆ ਜਾਏਗਾ। ਅੱਗੇ ਚਲਿए, ਚੌਥਾ क्वेश्चन, the square of which of the following would be an odd number or even number? ਇਹਨਾਂ ਦਾ ਜਿਹੜਾ ਸਕੁਆਇਰ ਆਪਾਂ ਕਰਾਂਗੇ, ਇਹਨਾਂ ਵਿੱਚੋਂ ਕਿਹੜਾ ਨੰਬਰ ਜਿਹੜਾ ਹੈਗਾ ਔਡ ਆਏਗਾ ਤੇ ਕਿਹਨਾਂ ਦਾ ਸਕੁਆਇਰ ਜਿਹੜਾ ਹੈਗਾ ਈਵਨ ਆਏਗਾ? ਹੁਣ ਤੁਹਾਨੂੰ ਇਹ ਵਾਲਾ ਟੇਬਲ ਯਾਦ ਹੈ? ਮੈਂ ਤੁਹਾਨੂੰ ਦੱਸਿਆ ਸੀ ਜੇ ਕਿਸੇ ਨੰਬਰ ਦੇ ਐਂਡ ਦੇ ਵਿੱਚ 1 ਹੈਗਾ, ਉਹਦੇ ਸਕੁਆਇਰ ਦੇ ਵਿੱਚ ਕੀ ਆਏਗਾ? 1। ਤੇ ਜੇ 1 ਆ ਰਿਹਾ ਤਾਂ ਉਹ ਕੀ ਹੋ ਜਾਏਗਾ? ਆਟੋਮੈਟਿਕਲੀ ਔਡ ਨੰਬਰ ਹੋ ਜਾਏਗਾ। ਇਹ ਟੇਬਲ ਤੁਸੀਂ ਯਾਦ ਰੱਖਣਾ। ਜਿਵੇਂ ਪਹਿਲਾ ਕੁਐਸਚਨ ਜਿਹੜਾ ਇੱਥੇ ਦਿੱਤਾ ਹੋਇਆ, ਉੱਥੇ ਲਿਖਿਆ ਹੋਇਆ 4 3 1। वंस दे विच की हैगा? 1 मल्टीप्लाइड बाय 1, ओ की आएगा? 1। पढ़िया सी ना, 1 दा स्क्वायर 1 हो जाएगा, ए की होएगा आंसर? ऑड नंबर। उवे ही दूजा पार्ट 2 8 2 6, पिछे की है 6। 6 ਨੂੰ 6 ਨਾਲ ਮਲਟੀਪਲਾਈ ਜਦ ਕਰਦੇ ਹੋ, 6 ਦਾ ਸਕੁਆਇਰ ਕੀ ਆਂਦਾ ਹੈ? ਪੜਿਆ ਸੀ ਆਪਾਂ 6, ਹੈ ਨਾ, ਇਹ ਆ ਗਿਆ ਪਿੱਛੇ 6 ਆ ਰਿਹਾ, ਇਹ ਕੀ ਹੋ ਗਿਆ? ਈਵਨ ਨੰਬਰ। उवे ही तीजा पार्ट 7 7 7 9, 9 ਦਾ ਸਕੁਆਇਰ ਕੀ ਹੁੰਦਾ ਹੈ? 9 ਨੂੰ 2 ਵਾਰ ਮਲਟੀਪਲਾਈ ਕਰੀਏ, ਪਿੱਛੇ ਆ ਜਾਂਦਾ ਹੈ ਜੀ 1, ऑड नंबर। चौथा पार्ट 82004, ਪਿੱਛੇ 4 ਹੈਗਾ, 4 ਦਾ ਸਕੁਆਇਰ ਇਹ ਹੈਗਾ 6, ਪਿੱਛੇ 6 ਆਏਗਾ, ਉਹ ਕੀ ਹੋ ਜਾਏਗਾ ਸਾਡੇ ਕੋਲ? ਈਵਨ ਨੰਬਰ। ਪੰਜਵਾਂ ਪਾर्ट 473, 3 ਦਾ ਸਕੁਆਇਰ, ਜੇ 3 ਦਾ ਸਕੁਆਇਰ ਹੈ ਪਿੱਛੇ ਆਏਗਾ 9, 9 ਦੇ ਪਿੱਛੇ ਆਂਦਾ ਤਾਂ ਨੰਬਰ ਕੀ ਬਣ ਜਾਂਦਾ? ਆਟੋਮੈਟਿਕਲੀ ऑड ਨੰਬਰ ਬਣ ਜਾਂਦਾ। ਛੇਵਾਂ 4096, ਪਿੱਛੇ ਹੈਗਾ 6 ਦਾ ਸਕੁਆਇਰ, 6 ਦਾ ਸਕੁਆਇਰ ਕੀ ਹੁੰਦਾ? ਟੇਬਲ 'ਚ ਪੜਿਆ ਸੀ 6 ਆਏਗਾ, ਇਹ ਆਏਗਾ ਨੰਬਰ ਈਵਨ। ਸੱਤਵਾਂ ਪਾर्ट 9267, 7 ਦਾ ਸਕੁਆਇਰ, ਉਹ ਕੀ ਹੈਗਾ? ਪਿੱਛੇ 9 ਆਏਗਾ, ਨੰਬਰ ਦੇ ਪਿੱਛੇ ਜਦ ਸਕੁਆਇਰ ਕਰਾਂਗੇ ਪੂਰਾ ਨੰਬਰ ਮਲਟੀਪਲਾਈ ਕਰਨ ਦੀ ਲੋੜ ਨਹੀਂ ਹੈ, ਜੇ 9 ਆ ਗਿਆ ਆਟੋਮੈਟਿਕਲੀ ਨੰਬਰ ਕੀ ਹੋ ਗਿਆ? ऑड। ਉਸ ਤੋਂ ਬਾਅਦ 8ਵਾਂ ਪਾर्ट 27916, ਪਿੱਛੇ 6 ਹੈਗਾ, 6 ਦਾ ਸਕੁਆਇਰ ਕੀ ਆਏਗਾ? ਪਿੱਛੇ 6 ਦਾ ਸਕੁਆਇਰ ਕੀਤਾ, ਪਿੱਛੇ ਆ ਜਾਏਗਾ ਜੀ 6 ਵਨਸ ਦੀ ਥਾਂ ਤੇ, ਤਾਂ ਇਹ ਕੀ ਹੋ ਗਿਆ ਸਾਡੇ ਕੋਲ? ਈਵਨ ਨੰਬਰ। ਠੀਕ ਹੈ, ਇਸ ਤਰੀਕੇ ਨਾਲ ਤੁਸੀਂ ਸੋਲਵ ਕਰ ਸਕਦੇ ਹੋ। ਅੱਗੇ ਟਰਾਈ ਕਰਕੇ ਦੇਖਦੇ ਹਾਂ, ਇਹ ਸਾਰੇ ਕੁਐਸਚਨ ਆਪਾਂ ਸੋਲਵ ਕਰ ਲਏ। ਪੰਜਵਾਂ ਟਰਾਈ ਕਰਦੇ ਹਾਂ, what will be the ones digit in the squares of the following number? ਹੁਣੇ ਉਹੀ ਟੇਬਲ ਫੋਲੋ ਕਰਨਾ ਹੈ ਵੀ ਇਹਨਾਂ ਦੀ ones digit ਕੀ ਹੋਏਗੀ। ਟੇਬਲ ਬਿਲਕੁਲ ਉਹੀ ਸੋਲਵ ਆਪਾਂ ਜਿਹੜਾ ਯੂਜ਼ ਕੀਤਾ ਸੀ, ਇਹ ਵਾਲਾ ਟੇਬਲ, ਇਹੀ ਟੇਬਲ ਦੁਬਾਰਾ ਯੂਜ਼ ਹੋਏਗਾ। ਕਰੀਏ ਸੋਲਵ, ਚਲੋ ਕਰਦੇ ਹਾਂ ਸੋਲਵ ਇਹਨੂੰ। क्वेश्चन पंजवा, पहला पार्ट है 41, इत्थे वंस दा की है? 1 है, 1 दा स्क्वायर की आएगा? 1, यानी ਇਹਦੇ ਵਿੱਚ वंस ਦੇ डिजिट ਦੇ ਵਿੱਚ ਕੀ ਆ ਜਾਏਗਾ ਜੀ ਸਾਡੇ ਕੋਲ? 1। ठीक है, ਤੁਸੀਂ ਇਹਨੂੰ ਲਿਖ ਵੀ ਸਕਦੇ ਹੋ as one's digit is 1, therefore
square of this number will end in 1 क्योंकि 1 ਦਾ ਸਕੁਆਇਰ ਕੀ ਹੁੰਦਾ ਹੈ 1 ठीक है। ਉਸੇ ਹਿਸਾਬ ਨਾਲ ਅਗਲਾ ਪਾਰਟ ਹੈ 321 ਪੂਰੀ ਸਟੇਟਮੈਂਟ ਲਿਖ ਕੇ ਇੱਥੇ 1 ਦਾ ਹੈਗਾ ਸਕੁਆਇਰ ਉਹ ਕੀ ਆਏਗਾ ਐਂਡ ਦੇ ਵਿੱਚ 1 ਆ ਜਾਏਗਾ। ਤੀਜਾ ਹੈਗਾ 89 9 ਦਾ ਸਕੁਆਇਰ ਕੀ ਹੋ ਗਿਆ 1 ਉਹਦੇ ਵਿੱਚ ਵੀ 1 ਆਏਗਾ। ਏਦਾਂ ਕਰਕੇ ਮੈਨੂੰ ਲੱਗਦਾ ਪੂਰਾ ਟੇਬਲ ਤੁਸੀਂ ਚੈੱਕ ਕਰਕੇ ਆਨਸਰਸ ਇਹਦੇ ਲਿਖ ਸਕਦੇ ਹੋ ਇਹ ਟੇਬਲ ਫੋਲੋ ਕਰਕੇ। ਮੈਂ ਤੁਹਾਨੂੰ ਦੱਸਦਾ ਕੀ ਆਏਗਾ। ਸਟੇਟਮੈਂਟ ਉਹੀ ਰੱਖਿਓ ਜੋ ਆਪਾਂ ਉੱਤੇ ਪਹਿਲਾਂ ਮੈਂ ਲਿਖ ਕੇ ਦਿੱਤੀ ਹੈ। ਜਿਵੇਂ ਇੱਥੇ 1 ਦਾ ਸਕੁਆਇਰ ਕੀ ਆਏਗਾ ਇੱਥੇ 1 1 ਦਾ ਸਕੁਆਇਰ 1 ਇੱਥੇ 1 ਹੈਗਾ ਸੌਰੀ 9 ਹੈਗਾ ਉਹਦੇ ਵਿੱਚ 1 ਆਏਗਾ 9 ਦੇ ਵਿੱਚ ਵੀ ਸਕੁਆਇਰ ਕਰਾਂਗੇ 1 ਆਏਗਾ 2 ਦੇ ਵਿੱਚ 4 ਆਏਗਾ 2 ਦੇ ਵਿੱਚ 4 ਆਏਗਾ 8 ਦਾ ਸਕੁਆਇਰ ਹੈਗਾ ਤਾਂ 4 ਆਏਗਾ ਪਿੱਛੇ 8 ਦਾ ਸਕੁਆਇਰ ਆਏਗਾ 4 3 ਦਾ ਸਕੁਆਇਰ ਟੇਬਲ ਦੇਖੋਗੇ ਆਂਸਰ ਆ ਜਾਏਗਾ 9 3 ਦਾ ਸਕੁਆਇਰ ਪਿੱਛੇ 9 7 ਦਾ ਸਕੁਆਇਰ ਹੈਗਾ ਤਾਂ ਪਿੱਛੇ 9 7 ਦਾ ਸਕੁਆਇਰ ਹੈਗਾ ਤਾਂ 9 4 ਦਾ ਸਕੁਆਇਰ ਹੈਗਾ ਤਾਂ ਪਿੱਛੇ 6 4 ਦਾ ਸਕੁਆਇਰ ਤਾਂ 6 6 ਦਾ ਸਕੁਆਇਰ ਹੈਗਾ ਤਾਂ ਪਿੱਛੇ ਆ ਜਾਏਗਾ 6 6 ਦਾ ਸਕੁਆਇਰ 6 5 ਦਾ ਸਕੁਆਇਰ ਜਿਹੜਾ ਹੈਗਾ 5 5 ਦੇ ਸਕੁਆਇਰ ਵਿੱਚ ਵੀ ਪਿੱਛੇ 5 ਅੱਗੇ ਕਿਹਾ ਗਿਆ How many natural numbers lie between squares of the following? ਆ ਦੇਖੋ consecutive numbers ਹੈਗੇ ਨੇ ਇਹਦੇ ਤੇ ਇਹਦੇ ਸਕੁਆਇਰ ਦੇ ਵਿੱਚ ਕਿੰਨੇ natural numbers ਆਂਦੇ ਨੇ। ਇਹਦੇ ਲਈ ਆਪਾਂ ਪੜਿਆ ਸੀ ਪਿੱਛੇ ਇਹ ਪ੍ਰੋਪਰਟੀ ਆਪਾਂ ਪੜ੍ਹੀ ਸੀ ਨਾ ਵੀ 2n natural numbers ਹੁੰਦੇ ਨੇ ਜਾਂ ਦੋ consecutive numbers ਦਾ ਆਪਾਂ ਸਕੁਆਇਰ ਕਰਦੇ ਇਹ ਪ੍ਰੋਪਰਟੀ ਤੁਸੀਂ ਲਿਖਣੀ ਜ਼ਰੂਰ ਹੈ ਵੀ ਇਹ ਪ੍ਰੋਪਰਟੀ ਜਿਹੜੀ ਹੈਗੀ ਹੈ ਇਹ ਲਾਈ ਜਾਂਦੀ ਹੈ ਇਸ ਕੁਐਸਚਨ ਦੇ ਵਿੱਚ ਠੀਕ ਹੈ। ਹੁਣ ਆਪਾਂ ਜਿਵੇਂ 13 ਤੇ ਸੌਰੀ 14 ਤੇ 15 ਦਾ ਸਕੁਆਇਰ ਕੱਢਣਾ ਹੈ ਤੇ ਇਹਦੇ ਵਿੱਚ n ਕੀ ਹੈਗਾ n ਹੈਗਾ 14 ਤੇ ਇਹਦੇ ਵਿੱਚ ਕਿੰਨੇ ਨੰਬਰ ਆਣਗੇ 2n ਯਾਨੀ 2 ਮਲਟੀਪਲਾਈਡ ਬਾਈ 14 ਕਰੋਗੇ ਉਹਨੇ ਨੈਚੁਰਲ ਨੰਬਰਸ ਇਹਦੇ ਵਿੱਚ ਆਣਗੇ ਇਹੀ ਆਏਗਾ ਨਾ। ਇਹਨੂੰ ਆਪਾਂ ਇਦਾਂ ਲਿਖਦੇ ਆ ਪਹਿਲਾ ਪਾਰਟ 14 ਤੇ 15 ਹੈਗਾ ਵੀ ਨੋ ਇਹ ਲਿਖਣਾ ਜ਼ਰੂਰੀ ਹੈ there are 2n natural numbers between ਕਿਹਦੇ ਵਿੱਚ n ਦਾ ਸਕੁਆਇਰ and n plus 1 ਦਾ ਸਕੁਆਇਰ ਦੋ consecutive natural numbers ਦੇ ਵਿੱਚ ਤੇ ਇਹ ਆ ਗਿਆ 2n ਯਾਨੀ 2 multiplied by n ਕੀ ਹੈ 14 ਪਹਿਲਾ ਨੰਬਰ ਉਹ ਆ ਗਿਆ 28 natural numbers ਹੋਣਗੇ ਇਹਨਾਂ ਵਿੱਚ ਠੀਕ ਹੈ। ਉਵੇਂ ਹੀ ਅਗਲਾ ਪਾਰਟ 21 ਤੇ 22 ਦੇ ਵਿੱਚ ਇੱਥੇ ਆ ਜਾਏਗਾ 21 ਤੇ 22 ਤੇ 2 ਨੂੰ ਮਲਟੀਪਲਾਈ ਕਰ ਦੋਗੇ ਉਸ ਕੇਸ ਦੇ ਵਿੱਚ 21 ਦੇ ਨਾਲ ਤੇ ਤੁਹਾਡੇ ਕੋਲ ਆਨਸਰ ਆ ਜਾਏਗਾ ਜਦ 2 ਨੂੰ ਮਲਟੀਪਲਾਈ ਕਰੋਗੇ 42 ਨੈਚੁਰਲ ਨੰਬਰਸ ਨੇ। ਉਵੇਂ ਹੀ ਤੀਜਾ ਹੈਗਾ 30 ਐਂਡ 31 ਦੇ ਵਿੱਚ ਕਿੰਨੇ ਹੈਗੇ ਨੇ ਇਹਨੂੰ ਮਲਟੀਪਲਾਈ ਕਰਾਂਗੇ 2n n ਕੀ ਹੈਗਾ ਇੱਥੇ 30 ਇਸ ਕੁਐਸਚਨ ਦੇ ਵਿੱਚ 2 ਮਲਟੀਪਲਾਈਡ ਬਾਈ 30 60 ਨੈਚੁਰਲ ਨੰਬਰਸ ਹੈਗੇ ਨੇ ਇਹਨਾਂ ਦੋਨਾਂ ਦੇ ਵਿਚਕਾਰ। ਹੁਣ ਇਹ ਜਿਹੜਾ ਚੌਥਾ ਪਾਰਟ ਹੈ ਤੁਸੀਂ ਮੈਨੂੰ ਸੋਲਵ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹੈ ਵੀ ਤੁਹਾਡਾ ਆਨਸਰ ਕੀ ਆ ਰਿਹਾ। ਅਗਲਾ express the following as indicated 81 ਨੂੰ ਲਿਖਣਾ ਹੈ as the sum of first 9 odd numbers ਇਹ ਆਪਾਂ ਪੜਿਆ ਸੀ 144 ਨੂੰ ਲਿਖਣਾ ਹੈਗਾ sum of first 12 odd numbers ਦੇ ਵਿੱਚ ਤੇ 256 ਜੋ ਕਿ 16 ਦਾ ਸਕੁਆਇਰ ਹੈ ਉਹਨੂੰ ਆਪਾਂ ਲਿਖਣਾ ਹੈ sum of first 16 odd natural numbers। ਚਲੋ ਇਹਨੂੰ ਆਪਾਂ ਕਿਵੇਂ ਸੋਲਵ ਕਰਾਂਗੇ ਦੇਖੋ ਪ੍ਰੋਪਰਟੀ ਪੜੀ ਸੀ ਆਪਾਂ ਉਹ ਵੀ ਦੱਸ ਦਿੰਦੀ ਆ ਕਿਹੜੀ ਪ੍ਰੋਪਰਟੀ ਸੀ ਇਹ ਸੀਗਾ ਨਾ ਪ੍ਰੋਪਰਟੀ ਜੇ ਤੁਹਾਨੂੰ ਯਾਦ ਹੋਏ 7ਵੀਂ ਪ੍ਰੋਪਰਟੀ ਪਿੱਛੇ ਜਾ ਕੇ ਵੀ ਦੇਖ ਸਕਦੇ ਹੋ ਵੀ 2 ਦਾ ਸਕੁਆਇਰ ਜੋ ਕਿ 4 ਹੈਗਾ ਉਹਨੂੰ ਆਪਾਂ ਪਹਿਲੇ ਦੋ ਨੈਚੁਰਲ ਨੰਬਰਸ ਨੂੰ ਐਡ ਕਰਕੇ ਲਿਖ ਸਕਦੇ ਹਾਂ ਉਹ ਵੀ 3 ਦਾ ਸਕੁਆਇਰ ਜੋ 9 ਹੈਗਾ ਪਹਿਲੇ 3 ਨੈਚੁਰਲ ਨੰਬਰਸ ਨੂੰ ਐਡ ਕਰਕੇ ਲਿਖ ਸਕਦੇ ਹਾਂ ਪੜਿਆ ਸੀ ਕਿ ਨਹੀਂ ਆਪਾਂ ਹੈ ਨਾ ਉਹੀ ਆਪਾਂ ਇੱਥੇ ਯੂਜ਼ ਕਰਨਾ ਹੈ 81 ਏਦਾਂ ਪੂਰਾ ਲਿਖਣਾ ਹੈ ਤੁਸੀਂ 81 as the sum of first 9 odd numbers ਉਹ ਕਿਵੇਂ ਲਿਖਾਂਗੇ
सानू पता है 9 का स्क्वायर की हुंदा 81 ते पहले 9 ऑड नंबर्स आएंगे 1 + 3 + 5 + 7 + 9 + 11 + 13 + 15 + 17। दूजा पार्ट 144 जो कि है 12 का स्क्वायर, पहले 12 ऑड नंबर्स आएंगे, वो आ गया जी 1 + 3 + 5 + 7 + 9 + 11 + 13 + 15 + 17 + 19 + 21 + 23। ये गल इदां करके लिखनी, ठीक है। उवें ही साडे कोल तीजा पार्ट है 256 जो कि है 16 का स्क्वायर। इनू पहला 16 ऑड नैचुरल नंबर्स दे सम दे विच लिखना है, यानी 1 + 3 + 5 + 7 + 9 + 11 + 13, उस तो बाद 15 17 19 21 23 25 27 29 31 इदां करके लिखना। प्रॉपर्टीज याद होंगी तो सॉल्व हो जाएंगे। अगला विदाउट एक्चुअली एडिंग सम करना है। पहले 1 2 3 4 5 ऑड नैचुरल नंबर्स का की होएगा 5 का स्क्वायर। उवे ही ए वाला 1 2 3 4 5 6 7 8 9 10 11 12 13, ठीक है। ए किदा हो जाएगा 13 का स्क्वायर। इत्थे नहीं छड़ना, जिवें 5 का स्क्वायर 25 है सानू पता है, ते 13 का स्क्वायर 169 है, इत्थे करके खत्म करना है। अगे चलिए 9th क्वेश्चन, एक्सप्रेस द फॉलोइंग एज द सम ऑफ टू कंसेक्यूटिव नंबर्स। दो कंसेक्यूटिव नंबर्स दे सम दे विच इहनू लिखना है। केड़ी प्रॉपर्टी है? ए वाली प्रॉपर्टी लग जूगी, n द स्क्वायर इज इक्वल टू दो कंसेक्यूटिव नंबर्स दे स्क्वायर दे बराबर लिखना है। ए वाली प्रॉपर्टी लगूगी, ए वाला फॉर्मूला लगूगा जो आपा प्रॉपर्टी 8 पढ़ी सी, ठीक है। चलो इनू इत्थे सॉल्व करते हैं प्रॉपरली भी की आएगा इहदे विच। क्वेश्चन नंबर है साडे कोल 9। 15 का स्क्वायर वी नो सानू पता है 15 का स्क्वायर कितना हुंदा है 225। n का स्क्वायर इज इक्वल टू केड़े दो नंबर कढने हो इदां निकलणगे ए फॉर्मूले नाल। n की है इत्थे 15, यानी कि 15 का स्क्वायर -1/2 एक नंबर प्लस 15 का स्क्वायर +1/2 यही आएगा सॉल्व जब करोगे। ये आ गया 15 का स्क्वायर 225 -1/2 प्लस 225 +1/2। 225 दे विचों एक गया 224/2 प्लस 226/2, कटिंग करोगे 112 आ जाएगा, इत्थे आ जाएगा +113, ठीक है। उवें ही सेकंड पार्ट 21 का स्क्वायर वैसे हुंदा है 441, ठीक है। किवें दो कंसेक्यूटिव कढने ने, n का स्क्वायर -1/2 प्लस n का स्क्वायर +1/2। n हैगा साडे कोल 21 का स्क्वायर -1/2 प्लस 21 का स्क्वायर +1/2। कहने का मतलब 21 का स्क्वायर आ गया 441 -1/2 प्लस 441 +1/2। 441 दे विचों एक गया 440/2 प्लस 442/2, कटिंग हो जूगी दोनों दी, जिहड़ा नंबर आएगा वो आएगा 220 प्लस 221। इन्हां दोनों दे सम दे विच इहनूं आपां लिख सकते हैं ईजीली। उवें ही अगला 33 का स्क्वायर वो हो गया 1089। फॉर्मूला की लावांगे n का स्क्वायर, इनू आपां किवें लिख सकते हैं n का स्क्वायर -1/2 प्लस n का स्क्वायर +1/2। n है 33 का स्क्वायर -1/2 प्लस 33 का स्क्वायर +1/2। इनू जब आप सॉल्व करांगे 33 का स्क्वायर जब आप करते हैं तो साडे कोल जिहड़ा आंसर आ जाता है वो आ जाता है 1089 -1/2। एक नंबर ए 1089 +1/2 दूजा नंबर ए माइनस किया 1088/2 प्लस 1090/2। जब ਇਹਦੇ ਵਿੱਚ कटिंग करोगे उत्ते थल्ले कटिंग करनी है, एक आ जाएगा 544 दूजा आ जाएगा 545। ਇਹਦੇ ਵਿੱਚ चौथा पार्ट है 37 का स्क्वायर।
ਇਹਨੂੰ ਵੀ ਉਦਾਂ ਹੀ ਸੋਲਵ ਕਰਾਂਗੇ 37 ਦਾ ਸਕੁਆਇਰ ਜੋ ਕਿ ਹੁੰਦਾ ਹੈ 1369 ਕਿਹੜੇ ਦੋ ਕੰਸੈਕਟਿਵ ਨੰਬਰਸ ਦਾ ਸਮ ਹੈਗਾ ਉਹਨੂੰ ਕੱਢਣ ਲਈ ਇਹ ਵਾਲਾ ਫਾਰਮੂਲਾ ਲਾਵਾਂਗੇ n square minus 1/2 plus n square plus 1/2 n ਇਹਦੇ ਵਿੱਚ ਕੀ ਹੈਗਾ 37 ਇਹ ਆ ਗਿਆ 37 ਦਾ ਸਕੁਆਇਰ minus 1/2 plus 37 ਦਾ ਸਕੁਆਇਰ plus 1/2 ਇਹ ਆ ਗਿਆ ਜੀ 1369 minus 1/2 plus 1369 plus 1/2 ਸੋਲਵ ਕਰਾਂਗੇ ਇਹਨਾਂ ਨੂੰ ਇਹ ਬਣ ਜਾਊਗਾ 1368/2 plus 1370/2 2 ਨਾਲ ਕਟਿੰਗ ਹੋ ਜਾਏਗੀ ਉੱਤੇ ਥੱਲੇ ਇਹਦੀ ਕਟਿੰਗ ਕਰੋਗੇ ਇੱਥੇ ਆ ਜਾਏਗਾ 684 ਇੱਥੇ ਕਟਿੰਗ ਕਰੋਗੇ ਆ ਜਾਏਗਾ 685 ਇਹ ਹੋ ਗਿਆ ਜੀ ਕੁਐਸਚਨ ਦਾ ਆਨਸਰ ਹੁਣ ਆਪਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ solve following without actually calculating ਇਹਨਾਂ ਨੂੰ ਕੈਲਕੂਲੇਟ ਨਹੀਂ ਕਰਨਾ ਪਰ ਤੁਸੀਂ ਸਿੱਧਾ ਸੋਲਵ ਕਰਨਾ ਹੈ ਇਹ ਪ੍ਰੋਪਰਟੀ ਆਪਾਂ ਪੜ੍ਹੀ ਸੀ ਦੋ ਕੰਸੈਕਟਿਵ ਨੰਬਰਸ ਜਿਹੜੇ ਹੈਗੇ ਨੇ ਉਹਨਾਂ ਦਾ ਸਕੁਆਇਰ ਜਦ ਮਾਈਨਸ ਕਰਦੇ ਹੋ ਕਿਹਦੇ ਬਰਾਬਰ ਹੁੰਦਾ ਹੈ ਉਹਨਾਂ ਨੂੰ ਜਦ ਐਡ ਕਰ ਦਿੰਦੇ ਆ 8 + 7 ਦੇ ਬਰਾਬਰ ਹੋਏਗਾ ਕਿਹੜੀ ਪ੍ਰੋਪਰਟੀ ਸੀ ਇੱਥੇ ਪੜ੍ਹੀ ਸੀ ਪ੍ਰੋਪਰਟੀ difference of squares of two consecutive natural number is equal to sum of both the numbers ਪ੍ਰੋਪਰਟੀ ਨੰਬਰ 10 ਆਪਾਂ ਪੜ੍ਹੀ ਸੀ ठीक है यानी 5 ਦਾ ਸਕੁਆਇਰ - 4 ਦਾ ਸਕੁਆਇਰ ਜਦ ਸੋਲਵ ਕਰੋਗੇ ਉਹ ਕਿਹਦੇ ਬਰਾਬਰ ਆਏਗਾ 5 + 4 ਦੇ ਬਰਾਬਰ ਆਏਗਾ ਇਹੀ ਪ੍ਰੋਪਰਟੀ ਆਪਾਂ ਅੱਗੇ ਯੂਜ਼ ਕਰਨੀ ਹੈ ਇਸ ਕੁਐਸਚਨ ਦੇ ਵਿੱਚ ਤੇ ਆਪਾਂ ਇਹਨੂੰ ਸੋਲਵ ਕਰਦੇ ਹਾਂ ਕੁਐਸਚਨ ਨੰਬਰ 10 ਪਹਿਲਾ ਪਾਰਟ 8 ਦਾ ਸਕੁਆਇਰ - 7 ਦਾ ਸਕੁਆਇਰ is equal to 8 + 7 ਜੋ ਕਿ ਆ ਜਾਏਗਾ 15 ਉਹ ਕਿਵੇਂ ਆਏਗਾ 15 8 ਦਾ ਸਕੁਆਇਰ ਕੀ ਹੁੰਦਾ 64 - 7 ਦਾ ਸਕੁਆਇਰ ਸਾਈਡ ਤੇ ਕਰਕੇ ਦੇਖ ਲਿਓ -49 is equal to 15 ਹੀ ਆਏਗਾ ਠੀਕ ਹੈ ਇਹ ਗੱਲ ਯਾਦ ਰੱਖਿਓ ਇਹਦੇ ਵਿੱਚ ਅੱਗੇ ਚੱਲਦੇ ਹਾਂ ਸੈਕਿੰਡ ਪਾਰਟ 13 ਦਾ ਸਕੁਆਇਰ - 12 ਦਾ ਸਕੁਆਇਰ ਕਿਹਦੇ ਬਰਾਬਰ ਹੋਏਗਾ 13 + 12 25 ਤੇ ਉਹੀ ਪ੍ਰੋਪਰਟੀ 25 ਦਾ ਸਕੁਆਇਰ - 24 ਦਾ ਸਕੁਆਇਰ ਕਿਹਦੇ ਬਰਾਬਰ ਹੋਏਗਾ 25 + 24 49 ਤੇ 80 ਦਾ ਸਕੁਆਇਰ - 79 ਦਾ ਸਕੁਆਇਰ ਇਹ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹੈ ਪੰਜਵਾਂ ਪਾਰਟ 110 ਦਾ ਸਕੁਆਇਰ ਮਾਈਨਸ ਉਸ ਤੋਂ ਪਹਿਲਾਂ 109 ਦਾ ਸਕੁਆਇਰ ਇਹ ਹੋਏਗਾ 110 + 109 ਯਾਨੀ 219 ਦੇ ਬਰਾਬਰ ਅੱਗੇ ਚੱਲਦੇ ਹਾਂ ਆਬਜ਼ਰਵ ਕਰਨਾ ਹੈ ਪੈਟਰਨ ਨੂੰ ਤੇ ਮਿਸਿੰਗ ਟਰਮਸ ਜਿਹੜੀਆਂ ਹੈਗੀਆਂ ਨੇ ਉਹ ਆਪਾਂ ਲਿਖਣੀਆਂ ਨੇ ਇਹ ਵਾਲਾ ਪੈਟਰਨ ਆਪਾਂ ਪੜ੍ਹਿਆ ਸੀ ਇਹਦੇ ਤੋਂ ਇੱਕ ਛੋਟਾ ਨੰਬਰ ਠੀਕ ਹੈ ਜੋ ਕਿ ਹੈਗਾ 2 ਤੇ 2 ਸਾਨੂੰ ਕਿਵੇਂ ਮਿਲਦਾ ਹੈ 1 ਤੇ 2 ਨੂੰ ਮਲਟੀਪਲਾਈ ਕਰਕੇ ਉਹ ਦੋਨੋਂ ਨੰਬਰ ਇੱਥੇ ਆ ਜਾਣਗੇ ਉਵੇਂ ਹੀ ਇੱਥੇ 7 ਹੈਗਾ ਉਸ ਤੋਂ ਛੋਟਾ ਨੰਬਰ 6 ਦਾ ਸਕੁਆਇਰ ਤੇ ਉਹਦੇ ਵਿੱਚ ਐਡ ਕਰਨਾ 6 ਦੇ ਮਲਟੀਪਲਸ ਕੀ ਹੁੰਦੇ ਨੇ 2 × 3 ਉਹਨਾਂ ਦੋਨਾਂ ਦਾ ਸਕੁਆਇਰ 13 ਦਾ ਸਕੁਆਇਰ ਕਿਹਦੇ ਬਰਾਬਰ ਹੋਏਗਾ ਇਸ ਤੋਂ ਛੋਟਾ ਨੰਬਰ 12 ਦਾ ਸਕੁਆਇਰ ਤੇ 12 ਕਿਵੇਂ ਆਂਦਾ ਹੈ 3 × 4 ਆ ਦੇਖੋ ਦੋਨੋਂ ਲਿਖੇ ਹੋਏ ਨੇ 21 ਦਾ ਸਕੁਆਇਰ ਕਿਵੇਂ ਆਏਗਾ ਇੱਥੇ ਆਏਗਾ 20 ਦਾ ਸਕੁਆਇਰ 20 ਕਿਵੇਂ ਆਂਦਾ ਹੈ ਸਾਡੇ ਕੋਲ 5 × 4 5 ਲਿਖਿਆ ਹੋਇਆ ਇੱਥੇ ਲਿਖਣਾ ਹੈ 4 ਦਾ ਸਕੁਆਇਰ ਇੱਥੇ ਹੈਗਾ 30 ਦਾ ਸਕੁਆਇਰ ਇੱਥੇ ਕੀ ਆ ਜਾਏਗਾ 31 ਦਾ ਸਕੁਆਇਰ ਕਿਹਦੇ ਬਰਾਬਰ ਹੈ ਇੱਕ ਉਹਦੇ ਤੋਂ ਛੋਟਾ ਨੰਬਰ 30 ਤੇ 30 ਕਿਵੇਂ ਮਿਲਦਾ ਹੈ 5 × 6 ਤੇ ਇੱਥੇ ਆ ਜਾਏਗਾ 6 ਦਾ ਸਕੁਆਇਰ ਅਗਲਾ ਟਰਮ ਇਸ ਤੋਂ ਬਾਅਦ ਕੀ ਆਏਗਾ ਦੇਖੋ ਹੁਣ ਇੱਥੇ ਇਹ ਵਾਲੀ ਟਰਮ ਵੀ ਨਹੀਂ ਦਿੱਤੀ ਤੇ ਇਹ ਵਾਲੀ ਵੀ ਨਹੀਂ ਦਿੱਤੀ ਸਾਨੂੰ ਪਤਾ ਹੈ ਇਹ ਵਾਲੀ ਟਰਮ ਕਿਵੇਂ ਆਏਗੀ ਜਦ ਦੋਨਾਂ ਨੂੰ ਮਲਟੀਪਲਾਈ ਕਰਾਂਗੇ 6 × 7 42 ਦਾ ਸਕੁਆਇਰ 6 ਦਾ ਸਕੁਆਇਰ + 7 ਦਾ ਸਕੁਆਇਰ + 42 ਦਾ ਸਕੁਆਇਰ ਕਿਹਦੇ ਬਰਾਬਰ ਆ ਜਾਏਗਾ ਜੀ ਇੱਥੇ ਉਹ ਤੋਂ ਇੱਕ ਅਗਲਾ ਨੰਬਰ 43 ਦੇ ਸਕੁਆਇਰ ਤੇ ਇਹੀ ਆਏਗਾ ਅਗਲਾ 1 ਦਾ ਸਕੁਆਇਰ ਆਪਾਂ ਲਿਖ ਸਕਦੇ ਹਾਂ 1 2 ਦਾ ਸਕੁਆਇਰ 4 3 ਦਾ ਸਕੁਆਇਰ 9 ਉਹਨੂੰ ਆਪਾਂ ਕਿਵੇਂ ਲਿਖਿਆ 1 2 ਦਾ ਸਕੁਆਇਰ ਹੈ 1 + 2 plus ਵਾਪਸ ਪਿੱਛੇ 1 3 ਦਾ ਸਕੁਆਇਰ 1 + 2 + 3 ਫਿਰ ਵਾਪਸੀ 4 ਦਾ ਸਕੁਆਇਰ ਕੀ ਹੁੰਦਾ ਹੈ 16 4 ਤੱਕ ਐਡ ਕੀਤਾ ਫਿਰ ਪਿੱਛੇ 5 ਦਾ ਸਕੁਆਇਰ ਕਿਵੇਂ ਲਿਖ ਸਕਦੇ ਹਾਂ 25 ਉਹਨੂੰ ਕਿੰਨੀ ਵਾਰ ਐਡ ਕੀਤਾ 5 ਤੱਕ ਐਡ ਕੀਤਾ ਫਿਰ ਪਿੱਛੇ ਨੂੰ ਚਲੇ ਗਏ ਇਹੀ ਚੱਲ ਰਿਹਾ ਨਾ ਪੈਟਰਨ ਅੱਗੇ ਚੱਲਦੇ ਹਾਂ ਧਿਆਨ ਨਾਲ ਦੇਖਿਓ ਹੁਣ 21 ਹੈ ਇਹਦਾ ਸਕੁਆਇਰ ਕੀ ਹੋ ਗਿਆ ਜਿੰਨੀ ਵਾਰ 2 ਹੈਗਾ ਉਨੀ ਵਾਰ 4 ਆ ਗਿਆ ਤੇ ਜਿੰਨੀ ਵਾਰ 1 ਹੈਗਾ ਉਨੀ ਵਾਰ 1
हुण विच आ गया 201 कहने का मतलब 40 फिर 40 जिन्नी बार 20 उन्नी बार 40 पिछे एक उवें ही जे 200 है इत्थे आ गया 400 400 फिर 1 हुण इत्थे की आएगा 20001 ਤਾਂ ਇਹ ਆ ਗਿਆ 4000 फिर 4000 ਪਿੱਛੇ 1 ਉਵੇਂ ਹੀ ਇਹ ਵਾਲਾ ਹੁਣ ਇਹਦਾ ਕੀ ਆਏਗਾ ਕਿੰਨੇ ਜ਼ੀਰੋ ਨੇ 1 2 3 4 5 6 ਜ਼ੀਰੋ ਨੇ ਤੇ ਆਪਾਂ ਇਹਨੂੰ ਲਿਖ ਸਕਦੇ ਹਾਂ 4 1 2 3 4 5 6 4 1 2 3 4 5 6 ਤੇ ਪਿੱਛੇ ਆ ਜਾਏਗਾ ਇਹਦੇ 1 ਇਦਾਂ ਹੀ ਲਿਖਾਂਗੇ ਆਨਸਰ ਆ ਗਿਆ ਪੈਟਰਨ ਪਤਾ ਲੱਗ ਗਿਆ ਅੱਗੇ ਚੱਲਦੇ ਹਾਂ ਯੂਜ਼ਿੰਗ ਇਹ ਵਾਲਾ ਪੈਟਰਨ ਫਾਈਂਡ ਕਰਨਾ ਹੈ ਵੀ ਇਹਦਾ ਸਕੁਆਇਰ ਕੀ ਹੋਏਗਾ ਇਹ 11 ਦਾ ਪੈਟਰਨ ਆਪਾਂ ਪੜਿਆ ਸੀ ਜੇ ਤੁਹਾਨੂੰ ਯਾਦ ਹੋਏ ਜਿਵੇਂ 1 ਦਾ ਸਕੁਆਇਰ ਆ ਗਿਆ 1 ਇੱਥੇ 2 1 ਹੈਗੇ ਨੇ ਇੱਥੇ ਆ ਜਾਏਗਾ 1 2 ਫਿਰ ਪਿੱਛੇ 1 3 1 ਆ ਗਏ ਤਾਂ 1 2 3 ਫਿਰ ਪਿੱਛੇ ਨੂੰ ਚੱਲ ਪੋ ਠੀਕ ਹੈ ਫਿਰ ਆ ਗਿਆ 1 2 3 4 1 2 3 4 ਫਿਰ ਪਿੱਛੇ ਨੂੰ ਤੁਸੀਂ ਇਹਦੇ ਨਾਲ ਚੱਲ ਪੋ ਉਦਾਂ ਕਰਕੇ ਉਹਨਾਂ ਨੇ ਕਿੰਨੇ 1 ਲਾਏ ਨੇ 1 2 3 4 5 6 7 1 ਲਾਏ ਨੇ ਇਹ ਆ ਗਿਆ 1 2 3 4 5 6 ਫਿਰ ਪਿੱਛੇ ਨੂੰ ਚੱਲ ਪੋ 7 ਤੱਕ ਲਿਖ ਕੇ 6 5 4 3 2 1 ਇਹ ਆ ਗਿਆ ਆਨਸਰ ਇਹ ਪੈਟਰਨ ਹੈਗਾ ਠੀਕ ਹੈ ਅੱਗੇ ਚੱਲਦੇ ਹਾਂ find the squares of the following numbers having 5 at ones place ਜੇ ones place ਤੇ 5 ਹੈਗਾ ਠੀਕ ਹੈ ਤਾਂ ਸਕੁਆਇਰ ਦੇ ਵਿੱਚ ਕੀ ਆਏਗਾ ਉਹ ਅਸੀਂ ਇੱਥੇ ਦੱਸਣਾ ਹੈਗਾ ਦੇਖੋ ਇਹਦਾ ਫਾਰਮੂਲਾ ਆਪਾਂ ਪੜਿਆ ਸੀ ਇਹਦੇ ਵਿੱਚ ਜੇ ਪਿੱਛੇ 5 ਹੈਗਾ ਯਾਨੀ 1s ਦੀ ਪਲੇਸ ਤੇ 1s ਹੈਗਾ 5 ਹੈਗਾ ਤਾਂ ਇਹ ਵਾਲਾ ਫਾਰਮੂਲਾ ਲੱਗਦਾ ਜੇ ਇਹ ਹੈਗਾ ਕੀ ਫਾਰਮੂਲਾ ਹੈ a5 ਦਾ ਸਕੁਆਇਰ a ਜਿਹੜਾ ਨੰਬਰ ਹੈਗਾ 1 ਵੀ ਹੋ ਸਕਦਾ 2 ਵੀ ਹੁੰਦਾ ਉਹ ਕਿਹਦੇ ਬਰਾਬਰ ਹੈ a ਮਲਟੀਪਲਾਈਡ ਬਾਈ a plus 1 100 ਸੋਲਵ ਕਰਕੇ ਦੱਸਾਂਗੀ ਮੈਂ ਤੁਹਾਨੂੰ ਪਲੱਸ 5 ਦੇ ਸਕੁਆਇਰ ਤੇ ਕਰੀਏ ਸੋਲਵ ਇਹਨੂੰ ਕੁਐਸਚਨ ਨੂੰ ਕੀ ਆਏਗਾ ਜਿਵੇਂ ਇਹਦੇ ਵਿੱਚ ਸਭ ਤੋਂ ਪਹਿਲਾ ਨੰਬਰ ਦਿੱਤਾ ਗਿਆ 45 ਦਾ ਸਕੁਆਇਰ ਉਹ ਕਿਹਦੇ ਬਰਾਬਰ ਆਏਗਾ ਇੱਥੇ a ਕੀ ਹੈਗਾ ਸਾਡੇ ਕੋਲ a ਹੈਗਾ ਜੀ 4 ਫਾਰਮੂਲਾ ਕੀ ਸੀਗਾ ਸਾਡੇ ਕੋਲ a ਮਲਟੀਪਲਾਈਡ ਬਾਈ a plus 100 plus 5 ਦਾ ਸਕੁਆਇਰ a की हैगा 4 मल्टीप्लाइड बाय 4 प्लस 1 यही आएगा मल्टीप्लाइड बाय 100 प्लस 5 का स्क्वायर इनू सॉल्व कर लिए 4 मल्टीप्लाइड बाय 5 मल्टीप्लाइड बाय 100 इज इक्वल टू प्लस 5 का स्क्वायर ये आ गया 20 मल्टीप्लाइड बाय 100 प्लस 5 का स्क्वायर ये आ गया 2000 प्लस 25 2025 इदा ही सॉल्व होएगा ਨੈਕਸਟ ਪਾਰਟ ਟਰਾਈ ਕਰਕੇ ਦੇਖਦੇ ਹਾਂ ਇਹਦੇ ਵਿੱਚ ਜਿਹੜਾ ਨੈਕਸਟ ਪਾਰਟ ਹੈਗਾ ਕੁਐਸਚਨ ਵਿੱਚ ਉਹ ਕੀ ਹੈਗਾ ਅਸੀਂ ਲੱਭ ਲੈਂਦੇ ਆ ਇੱਥੇ ਏਰੀਆ 75 ਚਲੋ ਇਹ ਆ ਗਿਆ 75 ਇਹ ਆ ਗਿਆ 75 a ਦੀ ਥਾਂ ਤੇ 7 ਮਲਟੀਪਲਾਈਡ ਬਾਈ 7 plus 1 ਮਲਟੀਪਲਾਈਡ ਬਾਈ 100 plus 5 ਦਾ ਸਕੁਆਇਰ ਇਹ ਆ ਗਿਆ 7 ਮਲਟੀਪਲਾਈਡ ਬਾਈ 8 ਇਹਨਾਂ ਦੋਨਾਂ ਨੂੰ ਮਲਟੀਪਲਾਈ ਕੀਤਾ 8 ਮਲਟੀਪਲਾਈਡ ਬਾਈ 100 800 ਉਹਨੂੰ ਆਪਾਂ 7 ਦੇ ਨਾਲ ਕੀ ਕਰਨਾ ਹੈਗਾ ਮਲਟੀਪਲਾਈ ਇਹ ਆ ਗਿਆ 5600 ਦੋਨਾਂ ਨੂੰ ਜਦ ਐਡ ਕਰੋਗੇ ਇੱਥੇ ਆਨਸਰ ਆ ਜਾਏਗਾ 5625 ਉਵੇਂ ਹੀ ਅਗਲਾ ਚੱਲਦੇ ਹਾਂ x ਦੇ ਵਿੱਚ ਹੈਗਾ 95 ਇਹ ਜਿਹੜਾ 9 ਹੈ ਇਹ ਆ ਗਿਆ 9 ਮਲਟੀਪਲਾਈਡ ਬਾਈ 9 plus 1 ਮਲਟੀਪਲਾਈਡ ਬਾਈ 100 plus 5 ਦਾ ਸਕੁਆਇਰ ਇਹ ਆ ਗਿਆ 10 ਇੱਥੇ ਆ ਗਿਆ 9 ਦੋਨਾਂ ਨੂੰ ਮਲਟੀਪਲਾਈ ਕੀਤਾ ਇਹ ਆ ਗਿਆ 1000 ਉਹਨੂੰ ਅਸੀਂ 9 ਦੇ ਨਾਲ ਮਲਟੀਪਲਾਈ ਕਰਨਾ ਇਹ ਆ ਗਿਆ 9000 ਉਹਦੇ ਵਿੱਚ ਅਸੀਂ ਐਡ ਕਰ ਦੇਣਾ ਹੈ ਜੀ 25 ਇਹ ਹੋ ਗਿਆ 9025 ਸਾਡੇ ਕੋਲ ਆਨਸਰ ਆ ਗਿਆ ਇਸ ਕੁਐਸਚਨ ਦਾ ਉਵੇਂ ਹੀ ਅਗਲਾ ਹੈਗਾ 9 ਦੀ ਥਾਂ ਤੇ 12 ਇੱਥੇ ਹੈਗਾ 12 a ਦੀ ਵੈਲਿਊ ਆ ਗਈ 12 ਪਿੱਛੇ ਦਾ 5 ਇਦਾਂ ਦਾ ਇਦਾਂ ये आ गया 12 मल्टीप्लाइड बाय 12 plus 1 मल्टीप्लाइड बाय 100 plus 5 ਦਾ ਸਕੁਆਇਰ ਇਹ ਆ ਗਿਆ 12 plus 1 13 ਇਹਨਾਂ ਦੋਨਾਂ ਨੂੰ ਮਲਟੀਪਲਾਈ ਕੀਤਾ ਇਹ ਆ ਗਿਆ 1300 ਉਹਨੂੰ ਮਲਟੀਪਲਾਈ ਕਰਨਾ ਹੈ 12 ਦੇ ਨਾਲ ਇਹ ਆ ਗਿਆ 15600 ਇਹਨਾਂ ਦੋਨਾਂ ਨੂੰ ਐਡ ਕੀਤਾ ਆਨਸਰ ਆ ਗਿਆ 15625
ਇਹ ਹੋ ਗਿਆ ਜੀ 125। ਹੁਣ ਕੱਢਣਾ ਹੈ 205 ਦਾ। ਤੁਸੀਂ ਇਹਦਾ ਆਨਸਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀਡੀਓ ਪੌਜ਼ ਕਰਕੇ ਵੀ ਦੱਸ ਸਕਦੇ ਹੋ। ਇਹਦੇ ਵਿੱਚ a ਜਿਹੜਾ ਹੈਗਾ ਉਹ ਆ ਗਿਆ 20, ਇੱਥੇ ਆ ਗਿਆ 20 ਮਲਟੀਪਲਾਈਡ ਬਾਈ 20 ਪਲੱਸ 1, ਇਹ ਆ ਗਿਆ 20 ਮਲਟੀਪਲਾਈਡ ਬਾਈ 21 ਮਲਟੀਪਲਾਈਡ ਬਾਈ 100 ਪਲੱਸ 5 ਦਾ ਸਕੁਆਇਰ। ਇਹਨਾਂ ਨੂੰ ਮਲਟੀਪਲਾਈ ਕਰੋਗੇ 20 ਮਲਟੀਪਲਾਈਡ ਬਾਈ 2100 ਜਿਹੜਾ ਹੈਗਾ, ਜਦ ਇਹਨਾਂ ਨੂੰ ਮਲਟੀਪਲਾਈ ਕੀਤਾ ਦੋਨਾਂ ਨੂੰ ਤਾਂ ਤੁਹਾਡੇ ਕੋਲ ਆ ਜਾਏਗਾ 42000। ਐਡ ਕਰੋਗੇ ਉਹਦੇ ਵਿੱਚ 25, ਇਹ ਆ ਜਾਏਗਾ ਆਨਸਰ। ਅੱਗੇ ਚੱਲਦੇ ਹਾਂ। 14th question, which of the following are Pythagorean triplets? देखो Pythagorean triplets ਤਾਂ ਹੀ ਹੋ ਸਕਦੇ ਨੇ ਜਦ ਸਭ ਤੋਂ ਵੱਡੇ ਨੰਬਰ ਦਾ ਸਕੁਆਇਰ ਜਿਹੜਾ ਹੈ ਉਹ ਬਰਾਬਰ ਆ ਜਾਏ ਛੋਟੇ 2 ਦੇ ਸਕੁਆਇਰ ਦੇ। ਠੀਕ ਹੈ, ਤਾਂ ਹੀ ਤੁਸੀਂ ਕਹਿ ਸਕਦੇ ਹੋ ਵੀ Pythagorean triplets ਐਗਜ਼ਿਸਟ ਕਰਦੇ ਨੇ। ਤੇ ਆਪਾਂ ਇਹਨੂੰ ਸੋਲਵ ਕਰਕੇ ਦੇਖ ਲੈਂਦੇ ਆ। 14ਵਾਂ ਕੁਐਸਚਨ ਪਹਿਲਾ ਪਾਰਟ, ਇੱਕ ਹੈਗਾ 3 4 ਤੇ 5। ਜੇ Pythagorean triplets ਹੈਗੇ ਨੇ, if they are Pythagorean triplets, ਤਾਂ 3 ਦਾ ਸਕੁਆਇਰ ਪਲੱਸ 4 ਦਾ ਸਕੁਆਇਰ ਕਿਹਦੇ ਬਰਾਬਰ ਆਣਾ ਚਾਹੀਦਾ ਹੈ? 5 ਦੇ ਸਕੁਆਇਰ ਦੇ। ਤੁਸੀਂ ਲਿਖ ਸਕਦੇ ਹੋ ਲੈਫਟ ਹੈਂਡ ਸਾਈਡ ਨੂੰ ਸੋਲਵ ਕਰਕੇ 3 ਦਾ ਸਕੁਆਇਰ ਪਲੱਸ 4 ਦਾ ਸਕੁਆਇਰ, 3 ਦਾ ਸਕੁਆਇਰ ਹੋ ਗਿਆ 9, 4 ਦਾ ਸਕੁਆਇਰ ਹੋ ਗਿਆ 16, ਦੋਨਾਂ ਨੂੰ ਐਡ ਕੀਤਾ 25। ਰਾਈਟ ਹੈਂਡ ਸਾਈਡ ਕੀ ਹੈਗਾ ਜੀ? 5 ਦਾ ਸਕੁਆਇਰ ਜੋ ਕਿ ਹੈਗਾ 25, ਤੇ ਦੋਨੋਂ ਬਰਾਬਰ ਹੈਗੇ ਨੇ ਤੇ ਆਪਾਂ ਲਿਖ ਸਕਦੇ ਹਾਂ ਯੈਸ ਵੀ ਇਹ ਜਿਹੜੇ ਹੈਗੇ ਨੇ ਇਹ ਸਾਡੇ ਕੋਲ ਹੈਗੇ ਨੇ ਪਾਈਥਾਗੋਰੀਅਨ ਟ੍ਰਿਪਲੇਟਸ। ਸੈਕਿੰਡ ਪਾਰਟ ਦੇ ਵਿੱਚ ਹੈਗਾ 6 8 ਤੇ 10। ਉਹਦੇ ਲਈ ਸਭ ਤੋਂ ਵੱਡਾ ਹੈਗਾ 10 ਦਾ ਸਕੁਆਇਰ ਕਿਹਦੇ ਬਰਾਬਰ ਹੋਣਾ ਚਾਹੀਦਾ? 6 ਦੇ ਸਕੁਆਇਰ ਤੇ 8 ਦੇ ਸਕੁਆਇਰ ਦੇ। ਲੈਫਟ ਹੈਂਡ ਸਾਈਡ ਸੋਲਵ ਕਰਦੇ ਆ ਨਾ ਦੋਨਾਂ ਦਾ, ਜਦ ਸਕੁਆਇਰ ਕੀਤਾ 36 ਪਲੱਸ 64, ਇਹ ਆ ਗਿਆ 100। ਰਾਈਟ ਹੈਂਡ ਸਾਈਡ ਦੇ ਵਿੱਚ 10 ਦਾ ਸਕੁਆਇਰ ਕੀਤਾ 100 ਆ ਗਿਆ ਤੇ ਆਪਾਂ ਕਹਿ ਸਕਦੇ ਹਾਂ ਯੈਸ ਪਾਈਥਾਗੋਰੀਅਨ ਟ੍ਰਿਪਲੇਟਸ ਹੈਗੇ ਨੇ। ਤੀਜੇ ਪਾਰਟ ਦੇ ਵਿੱਚ ਦਿੱਤਾ ਗਿਆ ਹੈ 8 15 ਤੇ 17। 17 ਦਾ ਸਕੁਆਇਰ ਕਿਹਦੇ ਬਰਾਬਰ ਆਣਾ ਚਾਹੀਦਾ ਹੈ? 8 ਦਾ ਸਕੁਆਇਰ ਤੇ 15 ਦਾ ਸਕੁਆਇਰ, ਹੈ ਨਾ? ਤਾਂ ਹੀ ਪਾਈਥਾਗੋਰੀਅਨ ਟ੍ਰਿਪਲੇਟਸ ਹੋਣਗੇ। ਸੋਲਵ ਕਰ ਲੈਂਦੇ ਆ। ਲੈਫਟ ਹੈਂਡ ਸਾਈਡ ਸੋਲਵ ਕੀਤੀ 64 ਪਲੱਸ 225 289 ਆ ਗਿਆ। ਰਾਈਟ ਹੈਂਡ ਸਾਈਡ 17 ਦਾ ਸਕੁਆਇਰ ਇਜ਼ ਇਕੁਅਲ ਟੂ 289, ਦੋਨੋਂ ਬਰਾਬਰ ਆ ਗਏ ਤੇ ਆਪਾਂ ਕਹਿ ਸਕਦੇ ਹਾਂ ਵੀ ਹੈਗੇ ਨੇ ਪਾਈਥਾਗੋਰੀਅਨ ਟ੍ਰਿਪਲੇਟਸ। ਚੌਥੇ ਪਾਰਟ ਦੇ ਵਿੱਚ 13 17 ਤੇ 19 ਹੈਗਾ। ਪਾਈਥਾਗੋਰੀਅਨ ਟ੍ਰਿਪਲੇਟਸ ਹੋਣ ਦੇ ਲਈ 13 ਦਾ ਸਕੁਆਇਰ ਪਲੱਸ 17 ਦਾ ਸਕੁਆਇਰ ਕਿਹਦੇ ਬਰਾਬਰ ਹੋਣਾ ਚਾਹੀਦਾ? 19 ਦੇ ਸਕੁਆਇਰ ਦੇ। 13 ਦਾ ਸਕੁਆਇਰ ਪਲੱਸ 17 ਦਾ ਸਕੁਆਇਰ 169 ਪਲੱਸ 289, ਇਹ ਆ ਗਿਆ 458। 19 ਦਾ ਸਕੁਆਇਰ ਹੁੰਦਾ ਹੈਗਾ ਜੀ 361। ਆਪਸ ਦੇ ਵਿੱਚ ਬਰਾਬਰ ਨਹੀਂ ਹੈਗੇ ਨੇ ਤੇ ਆਪਾਂ ਕਹਾਂਗੇ ਨੋ, ਨਾਟ ਪਾਈਥਾਗੋਰੀਅਨ ਟ੍ਰਿਪਲੇਟਸ, ਦੇ ਆਰ ਨਾਟ ਪਾਈਥਾਗੋਰੀਅਨ ਟ੍ਰਿਪਲੇਟਸ। ਠੀਕ ਹੈ, ਅੱਗੇ ਰਾਈਟ ਅ ਪਾਈਥਾਗੋਰੀਅਨ ਟ੍ਰਿਪਲੇਟਸ whose one of the number is, ਇੱਕ ਨੰਬਰ ਦਿੱਤਾ ਗਿਆ ਪਾਈਥਾਗੋਰੀਅਨ ਟ੍ਰਿਪਲੇਟਸ ਦਾ, ਬਾਕੀ ਦੇ ਨੰਬਰ ਕੱਢਨੇ ਨੇ। ਹੁਣ ਇਹਨੂੰ ਆਪਾਂ ਕਿਵੇਂ ਸੋਲਵ ਕੀਤਾ ਸੀ? ਜੇ ਤੁਹਾਨੂੰ ਯਾਦ ਹੈ ਇੱਕ ਨੰਬਰ ਦਿੱਤਾ ਗਿਆ, ਇਸ ਦੇ ਹਿਸਾਬ ਨਾਲ ਇਹ ਫਾਰਮੂਲਾ ਯੂਜ਼ ਕਰਨਾ ਹੈ। यानी या तो नंबर 2n ਦੇ ਬਰਾਬਰ ਹੋ ਸਕਦਾ ਜੋ ਦਿੱਤਾ ਗਿਆ ਹੈ, ਜਾਂ ਨੰਬਰ n ਸਕੁਆਇਰ ਮਾਈਨਸ 1 ਦੇ ਬਰਾਬਰ ਹੋ ਸਕਦਾ ਹੈ, ਜਾਂ n ਸਕੁਆਇਰ ਪਲੱਸ 1 ਦੇ ਬਰਾਬਰ ਹੋ ਸਕਦਾ ਹੈ। ਤਾਂ ਤੁਸੀਂ ਬਾਕੀ ਦੇ ਨੰਬਰ ਜਿਹੜੇ ਨੇ ਉਹ ਕੱਢ ਸਕਦੇ ਹੋ। ਠੀਕ ਹੈ, ਟਰਾਈ ਕਰਕੇ ਦੇਖੀਏ ਕਿਵੇਂ ਆਉਂਦਾ ਹੈ। ਇਹ ਯਾਦ ਰੱਖਿਓ ਫਾਰਮੂਲਾ। ਇੱਕ 8 ਦਿੱਤਾ ਹੋਇਆ, ਪਹਿਲਾ ਜਿਹੜਾ ਨੰਬਰ ਹੈਗਾ ਉਹ 8 ਦਿੱਤਾ ਹੋਇਆ। ਇੱਥੇ ਪਹਿਲਾ ਪਾਰਟ 8 ਦਿੱਤਾ ਹੋਇਆ, ਜਾਂ ਤਾਂ 2n 8 ਦੇ ਬਰਾਬਰ कटिंग हो जाती है जी, एक नंबर आ जाता है 4। कोई गल नहीं, एक नंबर 8 है, एक नंबर आ गया साडे कोल 4। हुण जे तुसी इधर ध्यान नाल देखिया होएगा इस दे विच किहड़े-किहड़े नंबर ने, या तां 2n है वो आपां कढ लिया, एक हैगा n स्क्वायर माइनस 1 ते एक हैगा n स्क्वायर प्लस 1। इदां ही है, आपां 2n कढ लिया जो कि हैगा 8 ਦੇ ਬਰਾਬਰ। n ਦੀ ਵੈਲਿਊ ਸਾਡੇ ਕੋਲ ਕੀ ਆ ਗਈ ਹੈ ਜੀ 4। ਹੁਣ ਆਪਾਂ ਇਹ ਦੋਨੋਂ ਜਿਹੜੇ ਨੇ ਉਹ ਕੱਢ ਲੈਂਦੇ ਆ, ਕਿਉਂਕਿ ਇਹਨੂੰ ਤਾਂ ਬਰਾਬਰ ਕਰਕੇ ਦੇਖ ਲਿਆ। ਇਹ ਆ ਗਿਆ ਜੀ n ਸਕੁਆਇਰ ਮਾਈਨਸ 1 ਕਿਹਦੇ ਬਰਾਬਰ ਹੋ ਜਾਏਗਾ ਸਾਡੇ ਕੋਲ? ਇਹ ਹੋ ਜਾਏਗਾ 4 ਦਾ ਸਕੁਆਇਰ ਮਾਈਨਸ 1 16 ਮਾਈਨਸ 1 15। n ਸਕੁਆਇਰ ਪਲੱਸ 1 ਕਿਹਦੇ ਬਰਾਬਰ ਹੋਏਗਾ? 4 ਦਾ ਸਕੁਆਇਰ ਪਲੱਸ 1 16 ਪਲੱਸ 1 ਯਾਨੀ 17 ਦੇ ਬਰਾਬਰ। ਠੀਕ ਹੈ, ਤੇ ਇੱਕ ਸਾਡੇ ਕੋਲ ਹੋਰ ਰਹਿ ਗਿਆ ਇਹ, ਅਜੇ ਤਾਂ n ਦੀ ਵੈਲਿਊ ਕੱਢੀ ਸੀ 2n, 2 ਮਲਟੀਪਲਾਈਡ ਬਾਈ 4 ਯਾਨੀ ਕਿ
ਸਾਡੇ ਕੋਲ ਆ ਗਿਆ ਇੱਥੇ 8 ਤੇ ਪਾਈਥਾਗੋਰੀਅਨ ਟ੍ਰਿਪਲੇਟ ਬਣ ਗਿਆ 8 15 ਤੇ 17। ਸਮਝ ਆ ਗਿਆ। ਉਵੇਂ ਹੀ ਤੁਸੀਂ ਜਿਹੜਾ ਅਗਲੇ ਕੁਐਸਚਨ ਦਿੱਤੇ ਗਏ ਨੇ ਇਹਦੇ ਵਿੱਚ ਉਹ ਵੀ ਟਰਾਈ ਕਰ ਸਕਦੇ ਹੋ। 12 ਕੀ ਦੇ ਬਰਾਬਰ ਆਏਗਾ? ਚਲੋ ਇਹਨੂੰ ਹੀ ਸੋਲਵ ਕਰਕੇ ਲਿਖਦੇ ਹਾਂ। ਇਹਨਾਂ ਤਿੰਨਾਂ ਵਿੱਚੋਂ ਕਿਸੇ ਦੇ ਬਰਾਬਰ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਫ੍ਰੈਕਸ਼ਨ ਦੇ ਵਿੱਚ ਆਨਸਰ ਨਹੀਂ ਆਣਾ ਚਾਹੀਦਾ, ਇਹ ਯਾਦ ਰੱਖਿਓ। 12 ਦਿੱਤਾ ਗਿਆ ਜਾਂ ਤਾਂ 2n ਹੋ ਸਕਦਾ ਹੈ ਜਾਂ n² - 1 ਦੇ ਬਰਾਬਰ ਜਾਂ n² + 1 ਦੇ। ਜੇ ਆਪਾਂ 2n ਨੂੰ 12 ਦੇ ਬਰਾਬਰ ਕਰੀਏ n ਦੀ ਵੈਲਿਊ ਆ ਜਾਏਗੀ 6। ਹੁਣ ਇਹਦੇ ਵਿੱਚ ਤੇ ਇਹਦੇ ਵਿੱਚ n ਦੀ ਵੈਲਿਊ ਪਾ ਦਿਓ। 2n n² - 1 n² + 1 n ਦੀ ਵੈਲਿਊ ਪਾ ਦਿਓ। 2 × 6 1 ਆ ਗਿਆ 12। n² - 1 ਦੇ ਵਿੱਚ 6² - 1 36 - 1 35। n² + 1 ਦੇ ਵਿੱਚ 6² + 1 36 + 1 37। यानी पाइथागोरियन ट्रिपलेट्स आ गए 12 35 ਤੇ 37 ਸਾਡੇ ਕੋਲ। ਠੀਕ ਹੈ। ਉਵੇਂ ਹੀ ਇਹਦੇ ਵਿੱਚ ਆਪਾਂ ਟਰਾਈ ਕਰਦੇ ਹਾਂ। ਸਾਡੇ ਕੋਲ C ਪਾਰਟ ਜਿਹੜਾ ਹੈਗਾ ਉਹ ਵੈਲਿਊ ਕੀ ਦਿੱਤੀ ਹੋਈ ਹੈ 16। ਜਾਂ ਤਾਂ 2n ਹੋ ਸਕਦਾ ਹੈ ਜਾਂ n² - 1 ਦੇ ਬਰਾਬਰ ਹੋ ਸਕਦਾ ਹੈ ਜਾਂ n² + 1। 2n ਦੇ ਬਰਾਬਰ ਕਰਕੇ ਦੇਖੀਏ n ਦੀ ਵੈਲਿਊ 8 ਆ ਗਈ। ਹੁਣ ਇੱਥੇ ਵੈਲਿਊ ਪੁੱਟ ਕਰ ਦੋ। 2n 2 × 8 16 n² - 1 8 ਦਾ ਸਕੁਆਇਰ -1 64 - 1 63 n² + 1 8 ਦਾ ਸਕੁਆਇਰ +1 64 + 1 ਇਹ ਆ ਗਿਆ ਜੀ 65। ਇਹ ਹੋ ਗਏ ਸਾਡੇ ਕੋਲ ਪਾਈਥਾਗੋਰੀਅਨ ਟ੍ਰਿਪਲੇਟਸ। ਇਹਨੇ ਇਦਾਂ ਕਰਕੇ ਲਿਖਣਾ 16 63 ਤੇ 65 ਅਸੈਂਡਿੰਗ ਆਰਡਰ ਚ ਛੋਟੇ ਤੋਂ ਵੱਡਾ। ਚੌਥਾ ਹੈਗਾ ਜੀ 18। 2n 18 ਦੇ ਬਰਾਬਰ n ਦੀ ਵੈਲਿਊ 18/2 ਕਟਿੰਗ ਹੋ ਗਈ 9 ਆ ਗਈ। ਹੁਣ ਵੈਲਿਊ ਪੁੱਟ ਕਰ ਦਈਏ। ਇੱਕ ਤਾਂ 2n ਹੈਗਾ, ਇੱਕ ਹੈਗਾ n² - 1 n² + 1 2 × 9 18 9 ਦਾ ਸਕੁਆਇਰ -1 81 - 1 80 9² + 1 81 - 1 ਸੌਰੀ +1 ਇਹ ਹੋ ਗਿਆ 81 ਤੇ ਪਾਈਥਾਗੋਰੀਅਨ ਟ੍ਰਿਪਲੇਟ ਆ ਗਿਆ ਜੀ। ਸੌਰੀ ਇੱਥੇ 82 ਆਏਗਾ 18 80 ਤੇ 82। ਉਵੇਂ ਹੀ ਇੱਥੇ ਦਿੱਤਾ ਗਿਆ ਪੰਜਵਾਂ ਪਾਰਟ 20। 2n ਜੇ 20 ਦੇ ਬਰਾਬਰ ਕਰ ਲਈਏ n ਦੀ ਵੈਲਿਊ ਆ ਜਾਏਗੀ 10 ਕਟਿੰਗ ਹੋ ਕੇ। ਹੁਣ ਆਪਾਂ n ਦੀ ਵੈਲਿਊ ਜਿਹੜੀ ਇੱਥੇ ਪੁੱਟ ਕਰ ਦਿੰਦੇ ਆ 2n ਦੇ ਵਿੱਚ n² + 1 ਦੇ ਵਿੱਚ n² - 1 ਦੇ ਵਿੱਚ 2 × 10 20 n² 10 ਦਾ ਸਕੁਆਇਰ +1 100 + 1 101 यही आएगा ना। ते अगला हैगा n² - 1 मतलब 10 ਦਾ ਸਕੁਆਇਰ -1 100 - 1 ਕਰੋਗੇ ਤਾਂ ਤੁਹਾਡੇ ਕੋਲ ਆਨਸਰ ਆ ਜਾਏਗਾ ਜੀ ਇਹਦੇ ਵਿੱਚ 99 ਤੇ ਸਾਡੇ ਕੋਲ ਪਾਈਥਾਗੋਰੀਅਨ ਟ੍ਰਿਪਲੇਟਸ ਕਿਹੜੇ ਆ ਜਾਣਗੇ 20 99 ਤੇ 101। ਐਦਾਂ ਸੋਲਵ ਕਰਨਾ। ਅੱਗੇ ਚੱਲਦੇ ਹਾਂ ਮਲਟੀਪਲ ਚੋਇਸ ਕੁਐਸਚਨ। स्क्वायर ऑफ ऑड नंबर इज ऑलवेज 3 ਦਾ ਸਕੁਆਇਰ 9 ਹੋਏਗਾ 5 ਦਾ ਸਕੁਆਇਰ 25 ਹਮੇਸ਼ਾ ऑड ਆਏਗਾ। the number of zeros in the square of ਇਹਦਾ ਜੇ ਸਕੁਆਇਰ ਕਰਾਂਗੇ ਇਹਦੇ ਪਿੱਛੇ ਦੋ ਜ਼ੀਰੋ ਨੇ ਸਕੁਆਇਰ ਕਰਕੇ ਕਿੰਨੇ ਜ਼ੀਰੋ ਆ ਜਾਣਗੇ 4। the ones digit in the square of ਇਹਦੇ ਕੀ ਆਏਗਾ ਦੇਖੋ ਇਹਦੇ ones digit ਦੇ ਵਿੱਚ ਕੀ ਹੈ 8 ਜਾਂ ਤਾਂ ਤੁਹਾਨੂੰ ਉਹ ਟੇਬਲ ਯਾਦ ਹੋਈ ਜਾਂ ਪਤਾ ਹੋਏ 8 × 8 64 ਹੁੰਦਾ 4 ਆਏਗਾ ਪਿੱਛੇ। How many natural numbers lie between 6 ਦਾ ਸਕੁਆਇਰ ਤੇ 7 ਦੇ ਸਕੁਆਇਰ ਦੇ ਵਿੱਚ? ਉਹ ਆਪਾਂ ਸੋਲਵ ਕੀਤਾ ਸੀ, ਉਹ ਹੁੰਦਾ ਹੈ ਜੀ 2n ਫਾਰਮੂਲਾ। ਉੱਤੇ ਜਾ ਕੇ ਦੇਖ ਲਿਓ n ਇਹਦੇ ਵਿੱਚ 6 ਹੈਗਾ 2 × 6 ਉਹ ਆ ਗਿਆ ਜੀ 12। ਅਗਲਾ ਜੇ ਇਦਾਂ ਕਰਦੇ ਕਰਦੇ ਆਪਾਂ ਔਡ ਨੈਚੁਰਲ ਨੰਬਰਸ ਨੂੰ ਐਡ ਕਰੀਏ nth ਟਰਮ ਤੱਕ ਮਤਲਬ ਪਤਾ ਨਹੀਂ ਕਿਹੜੀ ਟਰਮ ਤੱਕ ਪਰ nth ਟਰਮ ਹੈਗੀ ਹੈ ਉਹ ਕਿਹਦੇ ਬਰਾਬਰ ਹੋਏਗਾ n ਦੇ ਸਕੁਆਇਰ है ना। जे मान लो 5 तक रखे है तो वो बराबर हो जाएगा 3 दे स्क्वायर दे। जे 7 तक रखे है तो 4 दे। उदा करते करते कहते nth टर्म तक ले जाओ फिर n दे स्क्वायर दे। अगला the square of proper fraction is less than a fraction। उत्ते आपां पढ़िया सी तुसी उत्ते जाके देखोगे थानू समझ आ जाएगा। ਇਹਦੇ ਵਿੱਚ 1 ਕਿੰਨੇ ਨੇ 1 2 3 4 5 6 यानी सीधी 6 तक काउंटिंग फिर उस तो बाद पीछे मुड़ जाओगे ये आ जाएगा ਇਹਦਾ स्क्वायर क्योंकि ਇਹਦੇ ਵਿੱਚ 5 नहीं है ना इसे करके
अगला 1 2 3 4 5 6 7 8 8 ਨੈਚੁਰਲ ਨੰਬਰ ਸੌਰੀ ऑड ਨੈਚੁਰਲ ਨੰਬਰਸ ਹੈਗੇ ਨੇ, ਉਹਨਾਂ ਦਾ ਆਨਸਰ ਕੀ ਆਏਗਾ 8 ਦਾ ਸਕੁਆਇਰ 64 ਮੂੰਹ ਜ਼ਬਾਨੀ। which of the following is a perfect square? perfect square ਹੋਣ ਦੇ ਲਈ ਜਿਹੜੇ 0 ਹੈਗੇ ਨੇ ਉਹ ਈਵਨ ਹੋਣੇ ਚਾਹੀਦੇ ਨੇ। ਇੱਥੇ 3 ਨੇ, ਇੱਥੇ 4 ਨੇ, ਇੱਥੇ 1 2 3 4 5 ਨੇ, ਤਾਂ ਇਹੀ ਆਨਸਰ ਆਏਗਾ। the nth triangular number is given by ਉੱਤੇ ਜੇ ਤੁਸੀਂ ਯਾਦ ਕਰੋ ਇਹ ਜਿਹੜਾ ਆਪਾਂ ਟ੍ਰਾਇੰਗਲ ਬਣਾਇਆ ਸੀ ਇਹਦੇ ਵਿੱਚ ਆਪਾਂ ਸੋਲਵ ਕੀਤਾ ਸੀ ਵੀ ਕਿਵੇਂ ਕੱਢਣਾ ਹੈ, ਇਹ ਫਾਰਮੂਲਾ ਪੁੱਛਿਆ ਗਿਆ। nth ट्रायंगुलर नंबर ਕਿਹੜਾ ਹੋਊਗਾ ਉਹ ਆਪਾਂ ਇੱਥੇ ਮਾਰਕ ਕਰ ਦਾਂਗੇ ਆਨਸਰਸ ਦੇ ਵਿੱਚ। ਇਹ ਪਾਰਟ ਆ ਜਾਏਗਾ ਸਾਡੇ ਕੋਲ n ਮਲਟੀਪਲਾਈਡ ਬਾਈ n plus 1 by 2। ਠੀਕ ਹੈ ਬੇਟਾ, ਇਹ ਸੀਗੀ ਅੱਜ ਦੀ ਕਲਾਸ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਐਕਸਰਸਾਈਜ਼ ਸਮਝ ਆ ਗਈ ਹੋਏਗੀ। ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਦੇ ਵਿੱਚ ਆਪਣੇ ਆਨਸਰ ਜ਼ਰੂਰ ਮੈਨੂੰ ਦੱਸਿਓ। ਆਪਾਂ ਫੇਰ ਮਿਲਾਂਗੇ ਅਗਲੀ ਕਲਾਸ ਦੇ ਵਿੱਚ। ਟਿਲ ਦੈਨ ਟੇਕ ਕੇਅਰ, ਬਾਏ ਬਾਏ।